तेरे कोले आने हां सिर नूच कोने हां तू सुन ले दुआवां रब्बा मेरिया एक आस लेके आया फरियाद लेके आया तू सुन ले दुआवां रब्बा मेरिया एक आस लेके आया हम फरियाद लेके आया हूं तू सुन ले दुआवां रब्बा मेरिया तेरे कोले आने हां सिर नूच कोने हां तू सुन ले दुआवां रब्बा मेरिया मेरी आस है यहोवा मेरा साथ है यहोवा हर गल दा मैनू उत्तर दे जदों पुकारा मैनू यहोवा मेरी आस है यहोवा मेरा साथ है यहोवा हर गल दा मैनू उत्तर दे जदों पुकारा मैनू यहोवा जद पुकारा तेनु यहोवा रब्बा मेरेया रब्बा मेरेया रब्बा मेरेया रब्बा मेरेया तेरे कोले आने हां सिर नूच कोने हां तू सुन ले दुआवां रब्बा मेरिया तेरे कोले आने हां सिर नूच कोने हां तू सुन ले दुआवां रब्बा मेरिया प्रभु यीशु मसीह ਦੇ ਵਿੱਚ ਮੇਰੇ ਪਿਆਰੇ ਭਰਾਓ ਤੇ ਭੈਣੋ ਤੇ ਬੱਚਿਓ ਸਾਰਿਆਂ ਨੂੰ ਜੈ ਯੀਸ਼ु ਮਸੀਹ ਦੀ ਅਸੀਂ ਆਪਣੀ ਮਿਹਨਤਾਂ ਨੂੰ ਜ਼ਰੂਰਤਾਂ ਨੂੰ ਲੈ ਕੇ ਪ੍ਰਭੂ ਯੀਸ਼ੂ ਦੇ ਪਵਿੱਤਰ ਹਜ਼ੂਰੀ ਦੇ ਵਿੱਚ ਇਸ ਅਲਤਾਰ ਤੇ ਪਹੁੰਚ ਗਏ ਹਾਂ ਅਤੇ ਇਸ ਪਵਿੱਤਰ ਕੁਰਬਾਨੀ ਦੇ ਵਿੱਚ ਸ਼ਾਮਲ ਹੋਣ ਦਾ ਮਕਸਦ ਇਹ ਹੈ ਕਿ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਪ੍ਰਭੂ ਦਾ ਜੋ ਫਜ਼ਲ ਸਾਕਰਮੈਂਟ ਦਾ ਪਾਕ ਯੂਕਰਿਸਟ ਦਾ ਸਾਕਰਮੈਂਟ ਦਾ ਫਜ਼ਲ ਹਾਸਲ ਕਰ ਸਕੇ ਅਤੇ ਇਸ ਪਵਿੱਤਰ ਕੁਰਬਾਨੀ ਦੇ ਵਿੱਚ ਅਸੀਂ ਇਹ ਵਿਸ਼ਵਾਸ ਦੇ ਨਾਲ ਇਹ ਭਰੋਸੇ ਦੇ ਨਾਲ ਪ੍ਰਾਰਥਨਾ ਕਰਦੇ ਹਾਂ ਕਿ ਪ੍ਰਭੂ ਸਾਡੇ ਗੁਨਾਹਾਂ ਨੂੰ ਮਾਫ ਕਰ ਸਾਨੂੰ ਇੱਕ ਨਵਾਂ ਜੀਵਨ ਪ੍ਰਦਾਨ ਕਰ ਅੱਜ ਇਸ ਸੁੰਦਰ ਦਿਨ ਅਸੀਂ ਆਪਣੇ ਨੌਜਵਾਨ ਸਾਰੇ ਲੜਕੇ ਲੜਕੀਆਂ ਦੇ ਲਈ ਦੁਆ ਕਰਾਂਗੇ
ਕਿ ਪ੍ਰਭੂ ਯਿਸੂ ਇਹਨਾਂ ਨੂੰ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਅਣਗਿਣਤ ਆਸ਼ੀਸ਼ਾਂ ਪ੍ਰਦਾਨ ਕਰੇ। ਨੈਸ਼ਨਲ ਯੂਥ ਸੰਡੇ ਮਨਾਉਣ ਦੇ ਵੇਲੇ ਆਈ ਅਸੀਂ ਸਾਡੇ ਭਾਰਤ ਦੇਸ਼ ਦੇ ਵਿੱਚ ਵੀ ਜਿੰਨੇ ਵੀ ਨੌਜਵਾਨ ਲੜਕੇ ਲੜਕੀਆਂ ਵੱਖ-ਵੱਖ ਕਲੀਸਿਆ ਦੇ ਵਿੱਚ ਪੈਰਿਸ਼ਾਂ ਦੇ ਵਿੱਚ ਸੇਵਾ ਨਿਭਾਉਂਦੇ ਹਨ, ਉਹਨਾਂ ਦੇ ਲਈ ਵੀ ਅੱਜ ਦੇ ਦਿਨ ਅਸੀਂ ਪ੍ਰਾਰਥਨਾ ਕਰੀਏ। ਸੋ ਪਿਆਰਿਓ, ਆਓ ਅਸੀਂ ਮਿਲ ਕੇ ਅੱਜ ਦੀ ਇਸ ਪਵਿੱਤਰ ਕੁਰਬਾਨੀ ਦੇ ਵਿੱਚ ਇਹਨਾਂ ਲਈ ਪ੍ਰਾਰਥਨਾ ਕਰੀਏ ਤੇ ਖਾਸ ਪ੍ਰਾਰਥਨਾ ਕਰੀਏ ਸਾਡੀ ਬੇਟੀ ਸਿਲਵੀਆ ਦੇ ਲਈ ਜੋ ਆਪਣਾ ਜਨਮ ਦਿਨ ਕੱਲ੍ਹ ਦਾ ਦਿਨ ਉਹ ਮਨਾਉਣਗੇ। ਪ੍ਰਭੂ ਯਿਸੂ ਉਹਨਾਂ ਨੂੰ ਵੀ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਵੀ ਅਣਗਿਣਤ ਬਰਕਤਾਂ ਪ੍ਰਦਾਨ ਕਰੇ। ਸੋ ਆइए ਅਸੀਂ ਮਿਲ ਕੇ ਆਪਣੀ ਨਿੱਜੀ ਜ਼ਰੂਰਤਾਂ ਨੂੰ ਪ੍ਰਭੂ ਦੇ ਪਵਿੱਤਰ ਹਜ਼ੂਰੀ ਦੇ ਵਿੱਚ ਸਮਰਪਿਤ ਕਰਦੇ ਹੋਏ ਅੱਜ ਦੇ ਇਸ ਪਵਿੱਤਰ ਕੁਰਬਾਨੀ ਦੇ ਵਿੱਚ ਸ਼ਾਮਲ ਹੋ ਜਾਵਾਂਗੇ। ਬਾਪ ਅਤੇ ਬੇਟੇ ਅਤੇ ਰੂਹ ਪਾਕ ਦੇ ਨਾਮ ਤੇ ਸਾਡੇ ਪ੍ਰਭੂ ਯਿਸੂ ਮਸੀਹ ਦਾ ਫਜ਼ਲ, ਖੁਦਾ ਬਾਪ ਦਾ ਪ੍ਰੇਮ ਅਤੇ ਰੂਹ ਪਾਕ ਦੀ ਸਾਂਝ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਦੇ ਨਾਲ ਵੀ ਹੋਵੇ। ਪਿਆਰੇ ਭਰਾਓ ਤੇ ਭੈਣੋ, ਇਹਨਾਂ ਪਵਿੱਤਰ ਭੇਦਾਂ ਨੂੰ ਮਨਾਉਣ ਲਈ ਆਈ ਅਸੀਂ ਆਪਣੇ ਗੁਨਾਹਾਂ ਨੂੰ ਇਸ ਵਕਤ ਚੇਤੇ ਕਰੀਏ, ਕਬੂਲ ਕਰੀਏ ਤੇ ਅੱਜ ਦੀ ਇਸ ਪਵਿੱਤਰ ਕੁਰਬਾਨੀ ਦੇ ਵਿੱਚ ਸ਼ਾਮਲ ਹੋਣ ਲਈ ਆਈ ਅਸੀਂ ਆਪਣੇ ਆਪ ਨੂੰ ਤਿਆਰ ਕਰੀਏ। सदा कुंवारी मरियम ते सारे फरिश्ते संतान के मेरा प्रमाद अगे मैं हुण बेनती करदा मैं एक बार करदा मेरे ਲਈ खुदा बदगे करो दुआ सारे मिलके मैं आया तेरे दुआरे रहम करो प्रभु प्यारे मैं एक बार करदा पूरी कुदरत वाले खुदा ते पैना प्रमाद अगे मैं एक बार करदा मैं एक बार करदा ਪੂਰੀ ਕੁਦਰਤ ਵਾਲਾ ਖੁਦਾ ਸਾਡੇ ਉੱਤੇ ਦਇਆ ਕਰੇ ਅਤੇ ਸਾਡੇ ਗੁਨਾਹਾਂ ਨੂੰ ਮਾਫ ਕਰਕੇ ਸਾਨੂੰ ਸਦੀ ਵੀ ਜੀਵਨ ਤੱਕ ਪਹੁੰਚਾਵੇ।
पर तुम दया करो। हे प्रभु मुझ पर तुम दया करो। मुझ पर तुम दया करो।
ਅਸੀਂ ਪ੍ਰਾਰਥਨਾ ਕਰੀਏ। ये पूरी कुदरत वाले ते अकाल खुदा तेनु बाप के पुकारन दा विशेष अधिकार तो सानू दिंदा है। बख्श दे के गोद ले गई तियां पुत्रां दी रोज साडे विच वधी जावे तां जो असीं उस विरासत विच वड़ सकीए जो साडे लई वायदा कीता है। साडे प्रभु यीशु मसीह तेरे बेटे दे राही जो तेरे नाल रूपाग दी एकता विच एक खुदा जिउंदा ते राज करदा है सदा तो सदा तिकर। आमीन। ਪਾਠ ਪਹਿਲਾ। ਜਦੋਂ ਅਸੀਂ ਜ਼ਿੰਦਗੀ ਦੇ ਤੂਫਾਨਾਂ ਵਿੱਚ ਘਿਰੇ ਹੁੰਦੇ ਹਾਂ ਤਾਂ ਯਕੀਨੀ ਸਾਡੀ ਮਦਦ ਲਈ ਯਿਸੂ ਮਸੀਹ ਸਾਡੇ ਨਾਲ ਹੁੰਦਾ ਹੈ। ਜੇ ਅਸੀਂ ਉਸ ਨੂੰ ਕਬੂਲਣ ਲਈ ਤਿਆਰ ਹਾਂ ਤਾਂ ਹੀ ਸੁਹਾਵਣੀ ਹਵਾ ਵਾਂਗ ਸਾਨੂੰ ਦਿਲਾਸਾ ਦੇਵੇਗਾ। ਰਾਜਿਆਂ ਦਾ ਪਹਿਲਾ ਗ੍ਰੰਥ ਉਸਦੇ 19 ਬਾਬ ਦੀ 9 ਆਇਤ 11 ਤੋਂ 13 ਆਇਤਾਂ। ਤੂੰ ਪਹਾੜ ਦੀ ਚੋਟੀ ਉੱਤੇ ਜਾ ਕੇ ਮੇਰੇ ਸਾਹਮਣੇ ਖੜਾ ਹੋ। ਉੱਥੇ ਪਹੁੰਚ ਕੇ ਉਹ ਇੱਕ ਗੁਫਾ ਵਿੱਚ ਰਾਤ ਕੱਟਣ ਲਈ ਚਲਾ ਗਿਆ। ਪਰ ਅਚਾਨਕ ਪ੍ਰਭੂ ਨੇ ਉਸ ਨੂੰ ਸੱਦਿਆ ਅਤੇ ਪੁੱਛਿਆ, ਐ ਏਲੀਆ ਤੂੰ ਕੀ ਕਰ ਰਿਹਾ ਹੈ? ਤਦ ਪ੍ਰਭੂ ਨੇ ਉਸ ਨੂੰ ਕਿਹਾ, ਤੂੰ ਪਹਾੜ ਦੀ ਚੋਟੀ ਉੱਤੇ ਜਾ ਕੇ ਮੇਰੇ ਸਾਹਮਣੇ ਖੜਾ ਹੋ। ਜਦੋਂ ਉੱਥੇ ਖੜਾ ਸੀ ਤਾਂ ਪ੍ਰਭੂ ਉਸ ਦੇ ਸਾਹਮਣੇ ਉਹਦੀ ਲੰਘਿਆ ਅਤੇ ਉਸਨੇ ਇੱਕ ਭਿਅੰਕਰ ਹਨੇਰੀ ਘੱਲੀ ਜਿਸ ਨਾਲ ਪਹਾੜ ਪਾਟ ਗਏ ਅਤੇ ਚਟਾਨਾਂ ਤਿੜਕ ਗਈਆਂ। ਪਰ ਪ੍ਰਭੂ ਉਸ ਹਨੇਰੀ ਵਿੱਚ ਨਹੀਂ ਸੀ। ਹਨੇਰੀ ਪਿੱਛੋਂ ਭੁਚਾਲ ਆਇਆ ਪਰ ਪ੍ਰਭੂ ਉਸ ਭੁਚਾਲ ਵਿੱਚ ਵੀ ਨਹੀਂ ਸੀ। ਭੁਚਾਲ ਦੇ ਪਿੱਛੋਂ ਅੱਗ ਆਈ ਪਰ ਪ੍ਰਭੂ ਉਸ ਅੱਗ ਦੇ ਵਿੱਚ ਵੀ ਨਹੀਂ ਸੀ। ਹਾਂ, ਅੱਗ ਦੇ ਪਿੱਛੋਂ ਇੱਕ ਸ਼ਾਂਤ ਨਿੰਮੀ ਜਿਹੀ ਆਵਾਜ਼ ਆਈ। ਜਦੋਂ ਏਲੀਆ ਨੇ ਇਹ ਆਵਾਜ਼ ਸੁਣੀ ਤਾਂ ਉਸਨੇ ਆਪਣਾ ਮੂੰਹ ਕੱਪੜੇ ਨਾਲ ਢੱਕ ਲਿਆ ਅਤੇ ਉਹ ਗੁਫਾ ਦੇ ਬੂਹੇ ਅੱਗੇ ਜਾ ਕੇ ਖੜਾ ਹੋ ਗਿਆ। ਤਦ ਇੱਕ ਆਵਾਜ਼ ਨੇ ਉਸ ਨੂੰ ਕਿਹਾ, ਏਲੀਆ ਤੂੰ ਇੱਥੇ ਕੀ ਕਰ ਰਿਹਾ ਹੈ? ਇਹ ਪ੍ਰਭੂ ਦੀ ਪਾਕ ਬਾਣੀ ਹੈ।
ਸਮੁੰਦਰੋਂ ਪਾਰ ਨਾ ਉਤਰਾ ਸੁਭਾਦੇ ਪੰਖਾਂ ਨੂੰ ਫੈਲਾ ਸਮੁੰਦਰੋਂ ਪਾਰ ਨਾ ਉਤਰਾ ਸੁਭਾਦੇ ਪੰਖਾਂ ਨੂੰ ਫੈਲਾ पाठ दूसरा संत पौलुस आखता है कि ਉਹ ਆਪਣੇ ਭੈਣ ਭਰਾਵਾਂ ਦੀ ਮਦਦ ਲਈ ਹਮੇਸ਼ਾ ਤਿਆਰ ਹੈ ਕਿ ਤੁਸੀਂ ਵੀ ਆਪਣੇ ਭੈਣ ਭਰਾਵਾਂ ਦੇ ਲਈ ਸਹਾਇਤਾ ਕਰਨ ਲਈ ਇੰਨੇ ਵਿਸਾਲ ਦਿਲ ਹੋ। ਰੋਮੀਆਂ ਦੇ ਸੰਤ ਪੌਲੁਸ ਦਾ ਪੱਤਰ ਉਹਦਾ 9 ਬਾਬ ਉਹਦੀ 1 ਤੋਂ 5 ਆਇਤ ਤੱਕ। ਮੈਂ ਮਸੀਹ ਵਿੱਚ ਸੱਚ ਬੋਲਦਾ ਹਾਂ, ਮੈਂ ਝੂਠ ਨਹੀਂ ਬੋਲ ਰਹਾ। ਰੂਹ ਪਾਪ ਵਿੱਚ ਮੇਰਾ ਜ਼ਮੀਰ ਇਸ ਦੀ ਗਵਾਹੀ ਦਿੰਦਾ ਹੈ ਕਿ ਮੇਰੇ ਦਿਲ ਵਿੱਚ ਬੜਾ ਗਮ ਅਤੇ ਲਗਾਤਾਰ ਪੀੜ ਰਹਿੰਦੀ ਹੈ। ਇਸ ਲਈ ਮੈਂ ਕਿੰਨਾ ਚਾਹੁੰਦਾ ਹਾਂ ਕਿ ਮੈਂ ਆਪਣੇ ਲੋਕਾਂ ਦੀ ਖਾਤਰ ਜੋ ਨਸਲ ਦੇ ਰਿਸ਼ਤੇ ਵੱਲੋਂ ਮੇਰੇ ਨੇੜੇ ਦੇ ਸੰਬੰਧੀ ਹਨ, ਮੈਂ ਆਪ ਸਿਮਾਰਿਆ ਹੁੰਦਾ ਅਤੇ ਮਸੀਹ ਤੋਂ ਵਾਂਝਾ ਕੀਤਾ ਜਾਂਦਾ। ਉਹ ਇਸਰਾਏਲੀ ਹਨ ਅਤੇ ਗੋਦ ਲਈ ਪੁੱਤਰ ਹੋਣ ਦਾ ਹੱਕ, ਮਹਿਮਾ, ਵਿਧਾਨ ਦਾ ਚਿੰਨ੍ਹ ਦਿੱਤਾ ਜਾਣਾ ਅਰਥਾਤ ਅਤੇ ਵਿਧਵਾ ਉਹਨਾਂ ਦੇ ਹਨ, ਕੁਲ ਪਿਤਾ ਉਹਨਾਂ ਦੇ ਹਨ ਅਤੇ ਉਹਨਾਂ ਦੇ ਵੰਸ਼ ਦਾ ਹੈ। ਸਰੀਰ ਦੇ ਤੌਰ ਤੇ ਮਸੀਹ ਜੋ ਖੁਦਾ ਹੈ, ਸਭ ਤੋਂ ਉੱਪਰ ਹੈ ਅਤੇ ਅਨੰਤ ਕਾਲ ਤੱਕ ਤਨ ਹੈ। ਇਹ ਪ੍ਰਭੂ ਦੀ ਬਾਣੀ ਹੈ। ਖੁਦਾ ਦਾ ਸ਼ੁਕਰ ਹੋਵੇ। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਦੇ ਨਾਲ ਵੀ ਹੋਵੇ। ਪਾਠ ਪਵਿੱਤਰ ਅੰਜੀਲ ਦਾ ਸੰਤ ਮਤੀ ਦੇ ਅਨੁਸਾਰ। ਤੇਰੀ ਦੀ ਵਡਿਆਈ ਹੋਵੇ ਪ੍ਰਭੂ। ਫਿਰ ਉਸਨੇ ਚੇਲਿਆਂ ਨੂੰ ਕਿਸ਼ਤੀ ਵਿੱਚ ਸਵਾਰ ਕਰਕੇ ਉਸ ਤੋਂ ਅੱਗੇ ਤੇ ਦੂਜੇ ਪਾਸੇ ਘੱਲ ਦਿੱਤਾ, ਜਦ ਕਿ ਉਹ ਆਪ ਲੋਕਾਂ ਨੂੰ ਵਿਦਾ ਕਰਨ ਲੱਗ ਗਿਆ।
ਭੀੜ ਨੂੰ ਵਿਦਾ ਕਰਨ ਦੇ ਬਾਅਦ ਉਹ ਆਪ ਇਕੱਲਾ ਹੀ ਪ੍ਰਾਰਥਨਾ ਕਰਨ ਲਈ ਪਹਾੜ ਉੱਤੇ ਚੜ ਗਿਆ। ਜਦੋਂ ਸ਼ਾਮ ਹੋਈ ਉਹ ਆਪ ਉੱਥੇ ਇਕੱਲਾ ਸੀ। ਪਰ ਜਦੋਂ ਉਦੋਂ ਤੱਕ ਕਿਸ਼ਤੀ ਕਿਨਾਰੇ ਤੋਂ ਕਾਫੀ ਦੂਰ ਨਿਕਲ ਚੁੱਕੀ ਸੀ ਅਤੇ ਸਮੁੰਦਰ ਵਿਚਾਲੇ ਲਹਿਰਾਂ ਦੇ ਥਪੇੜੇ ਖਾ ਰਹੀ ਸੀ, ਕਿਉਂਕਿ ਹਵਾ ਉਹਨਾਂ ਦੇ ਖਿਲਾਫ ਸੀ। ਅਤੇ ਰਾਤ ਦੇ ਚੌਥੇ ਪਹਿਰ ਉਹ ਚੇਲਿਆਂ ਦੇ ਕੋਲ ਸਮੁੰਦਰ ਉੱਤੇ ਤੁਰਦਾ ਹੋਇਆ ਆਇਆ। ਜਦੋਂ ਉਹਨਾਂ ਨੇ ਯਿਸੂ ਨੂੰ ਸਮੁੰਦਰ ਉੱਤੇ ਤੁਰਦੇ ਵੇਖਿਆ ਤਾਂ ਇਹ ਕਹਿੰਦੇ ਹੋਏ ਉਹਨਾਂ ਦੇ ਹੋਸ਼ ਉੱਡ ਗਏ, ਇਹ ਖੁਦ ਹੈ। ਉਹ ਡਰ ਦੇ ਮਾਰੇ ਚੀਕਾਂ ਮਾਰਨ ਲੱਗੇ। ਪਰ ਉਸਨੇ ਤੁਰੰਤ ਉਹਨਾਂ ਨਾਲ ਬੋਲਦੇ ਹੋਏ ਕਿਹਾ, ਹੌਸਲਾ ਰੱਖ, ਇਹ ਮੈਂ ਹਾਂ, ਡਰੋ ਨਹੀਂ। ਪਤਰਸ ਨੇ ਉਹਨਾਂ ਨੂੰ ਉੱਤਰ ਦਿੱਤਾ, ਪ੍ਰਭੂ ਜੀ, ਜੇਕਰ ਇਹ ਤੁਸੀਂ ਹੋ ਤਾਂ ਮੈਨੂੰ ਪਾਣੀ ਉੱਤੇ ਆਪਣੇ ਕੋਲ ਆਉਣ ਦੀ ਆਗਿਆ ਦਿਓ। ਉਸਨੇ ਕਿਹਾ, ਆ ਜਾ। ਇਸ ਲਈ ਪਤਰਸ ਕਿਸ਼ਤੀ ਵਿੱਚੋਂ ਨਿਕਲਿਆ ਅਤੇ ਪਾਣੀ ਉੱਤੇ ਤੁਰ ਕੇ ਯਿਸੂ ਵੱਲ ਆਇਆ। ਪਰ ਜਦੋਂ ਉਸਨੇ ਤੇਜ਼ ਹਨੇਰੀ ਵੇਖੀ ਤਾਂ ਡਰ ਗਿਆ ਅਤੇ ਜਦੋਂ ਡੁੱਬਣ ਲੱਗਾ ਤਾਂ ਉਸ ਉੱਚੀ ਆਵਾਜ਼ ਨਾਲ ਆਖਿਆ, ਪ੍ਰਭੂ ਮੈਨੂੰ ਬਚਾਵੋ। ਯਿਸੂ ਨੇ ਫੌਰਨ ਆਪਣਾ ਹੱਥ ਅੱਗਾ ਵਧਾ ਕੇ ਇਹ ਕਹਿੰਦਿਆਂ ਉਸ ਨੂੰ ਫੜ ਲਿਆ, ਇਹ ਘੱਟ ਈਮਾਨ ਵਾਲੇ, ਤੂੰ ਕਿਉਂ ਸ਼ੱਕ ਕੀਤਾ? ਜਦੋਂ ਉਹ ਕਿਸ਼ਤੀ ਵਿੱਚ ਚੜ ਗਏ ਤਾਂ ਹਵਾ ਥੰਮ ਗਈ ਅਤੇ ਜਿਹੜੇ ਲੋਕ ਕਿਸ਼ਤੀ ਵਿੱਚ ਸਨ ਉਹਨਾਂ ਨੇ ਇਹ ਕਹਿੰਦਿਆਂ ਉਸ ਨੂੰ ਸਿਜਦਾ ਕੀਤਾ, ਤੁਸੀਂ ਸੱਚਮੁੱਚ ਖੁਦਾ ਦੇ ਬੇਟੇ ਹੋ। ਪ੍ਰਭੂ ਦੀ ਪਵਿੱਤਰ ਅੰਜੀਲ। तेरी महिमा होवे मसीहा। हौसला रखो, ये मैं हाँ, डरो नहीं। हालेलुया, 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 हालेलुया। प्रभु यीशु मसीह दे विच मेरे प्यारे भराओ ते भैणों ते बच्चियों, सारियां ने यीशु मसीह दी सब तो पहला सारे नौजवान लड़के लड़कियां नूं खास करके अपने पैरिश दे हर एक नौजवान नूं ਅਤੇ ਭਾਰਤ ਦੇਸ਼ ਦੇ ਵੀ ਸਾਰੇ ਨੌਜਵਾਨਾਂ ਨੂੰ ਨੈਸ਼ਨਲ ਯੂਥ ਡੇ ਦੇ ਲੱਖ ਲੱਖ ਮੁਬਾਰਕਾਂ ਦਿੰਦਾ ਹਾਂ। ਸਾਡੇ ਡਾਇਸਿਸ ਤੋਂ ਸਾਡੇ ਬਿਸ਼ਪ ਸਾਹਿਬ ਜੀ ਵੱਲੋਂ ਵੀ ਸਾਰੇ ਨੌਜਵਾਨਾਂ ਦੇ ਲਈ ਮੁਬਾਰਕਾਂ ਭੇਜਿਆ ਹੈ। ਸਾਡੇ ਕੈਥੋਲਿਕ ਕਲੀਸਿਆ ਦੇ ਵਿੱਚ ਸੰਤ ਪਾਪਾ ਨੇ ਹਰ ਇੱਕ ਨੌਜਵਾਨ ਨੂੰ ਅੱਜ ਦਾ ਦਿਨ ਖਾਸ ਮੁਬਾਰਕਾਂ ਦਿੱਤੇ ਨੇ ਅਤੇ ਖਾਸ ਕਰਕੇ ਸਾਡੇ ਇਸ ਡਾਇਸਿਸ ਦੇ ਵਿੱਚ ਜਿੰਨੇ ਵੀ ਨੌਜਵਾਨ ਲੜਕੇ ਲੜਕੀਆਂ ਹਨ ਉਹਨਾਂ ਸਾਰਿਆਂ ਦੇ ਲਈ ਅੱਜ ਦਾ ਦਿਨ ਅਸੀਂ ਪ੍ਰਾਰਥਨਾ ਕਰੀਏ, ਕਿਉਂਕਿ ਅੱਜ ਦਾ ਜੋ ਨੌਜਵਾਨ ਹੈ ਕੱਲ ਦਾ ਦਿਨ ਸਾਡੇ ਭਵਿੱਖ ਹੈ, ਸਾਡੇ ਕੈਥੋਲਿਕ ਚਰਚ ਦੇ ਖੰਭਾ ਹੈ ਅਤੇ ਸਾਡੇ ਕੈਥੋਲਿਕ ਚਰਚ ਦੇ ਅਗਵਾਈ ਕਰਨ ਵਾਲੇ ਇਹ ਸਾਰੇ ਨੌਜਵਾਨ ਲੜਕੇ ਲੜਕੀਆਂ ਹਨ। ਪਿਆਰਿਓ, ਅੱਜ ਦਾ ਦਿਨ ਅਸੀਂ ਸਾਰੇ ਬੜੀ ਖੁਸ਼ੀ ਦੇ ਨਾਲ ਇਸ ਪਾਕ ਮਾਸ ਦੀ ਕੁਰਬਾਨੀ ਦੇ ਵਿੱਚ ਹਿੱਸਾ ਲੈਂਦੇ ਹਾਂ ਅਤੇ ਖਾਸ ਪ੍ਰਾਰਥਨਾ ਕਰਦੇ ਹਾਂ ਸਾਰੇ ਨੌਜਵਾਨਾਂ ਦੇ ਲਈ, ਸਾਰੇ ਨੌਜਵਾਨਾਂ ਦੇ ਲਈ। ਇਹ ਨਹੀਂ ਕਿ ਜਿੰਨੇ ਵੀ ਅੱਜ ਇੱਥੇ ਮੌਜੂਦ ਹਨ, ਸਗੋਂ ਸਾਡੇ ਭਾਰਤ ਦੇਸ਼ ਦੇ ਹਰ ਇੱਕ ਨੌਜਵਾਨ ਦੇ ਲਈ ਅੱਜ ਦਾ ਦਿਨ ਅਸੀਂ ਪ੍ਰਾਰਥਨਾ ਕਰਦੇ ਹਾਂ। ਸਾਡਾ ਵਿਸ਼ਵਾਸ ਇਹ ਹੈ ਕਿ ਨੌਜਵਾਨ ਦੇ ਮਨ ਦੇ ਵਿੱਚ ਹਮੇਸ਼ਾ ਖੁਦਾ ਆਪਣੀ ਸੋਚ ਪਵਿੱਤਰ ਆਤਮਾ ਦੇ ਪ੍ਰੇਰਣਾ ਦੇ ਰਾਹੀਂ ਪਾਉਂਦਾ ਹੈ। ਹਰ ਇੱਕ ਇਨਸਾਨ ਦੇ ਵਿੱਚ, ਹਰ ਇੱਕ ਨੌਜਵਾਨ ਦੇ ਵਿੱਚ, ਉਹਨਾਂ ਦੇ ਦਿਲ ਦੇ ਵਿੱਚ ਵੀ, ਮਨ ਦੇ ਵਿੱਚ ਵੀ ਉਹੀ ਖੁਦਾ ਦਾ ਕੰਮ ਕਰਨ ਲਈ ਉਹਨਾਂ ਨੂੰ ਪ੍ਰੇਰਣਾ ਪਵਿੱਤਰ ਆਤਮਾ ਦਿੰਦਾ ਹੈ। ਇਸਤਕਲਾਲ ਦੇ ਸਾਕਰਮੈਂਟ ਦੇ ਰਾਹੀਂ ਮੈਨੂੰ ਵੀ, ਤੁਹਾਨੂੰ ਵੀ, ਸਾਰਿਆਂ ਨੂੰ ਖੁਦਾ ਦੇ ਪ੍ਰਤੀ, ਖੁਦਾ ਦੇ ਕੰਮ ਦੇ ਪ੍ਰਤੀ, ਖੁਦਾ ਦੇ ਕਲੀਸਿਆ ਦੇ ਵਿੱਚ ਉਹਨਾਂ ਦੇ ਸਿਪਾਹੀ ਬਣਨ ਲਈ ਇੱਕ ਸੱਦਾ ਮਿਲਿਆ ਸੀ। ਖੁਦਾ ਦੇ ਸਿਪਾਹੀ ਬਣਨ ਲਈ
खुदा दा सिपाही मतलब हमेशा वही विश्वास दे लई लड़ना चाहिए है, वही विश्वास दे विच मजबूत होके जेकर कोई भी साडे विश्वास दे खिलाफ आउंदे हन उस विश्वास नूं डिफेंड करन लई, उस विश्वास नूं हमेशा अगे रखण लई असां सारे उस दे लई सिपाही बनना चाहिए है। यही है इस्तकलाल दे साक्रमेंट, ये फजल अस सारियां नूं मिलिया, साडे उत्ते एक मोहर भी लग गया कि तुसी हमेशा लई खुदा दे सिपाही बनते रहोगे, विश्वास दे विच मजबूत रहोगे, ये साडा विश्वास है। ते प्यारियो अज दा दिन इन्हां सारे नौजवानों दे लई असीं यही प्रार्थना करदे हां कि ये प्रभु दे हजूरी नूं हर रोज इन्हां दी जिंदगी दे विच अनुभव करे अते प्रभु यीशु मसीह नूं खुदा नूं हर रोज ये अनुभव करके खुदा दे काम दे विच हमेशा व्यस्त रहे, खुदा दे काम दे विच व्यस्त रहे। अज दा पहला पाठ दे विच अस वेखिया राजियां दी पुस्तक दे विच उस दा पहला पुस्तक दे विच उस 19 बाब 9 आयत अते 11 तो 13 आयत तक असी सुनिया जिथे एलिया नबी ਨੂੰ खुदा ਕਹਿੰਦਾ ਹੀ ਤੁਸੀਂ ਇੱਕ ਫਲਾਣਾ ਥਾਂ ਤੇ ਜਾ ਕੇ ਖੜੇ ਹੋ ਜਾਓ ਅਤੇ ਉਹ ਜਾ ਕੇ ਖੜੇ ਹੋ ਜਾਂਦਾ ਹੈ खुदा ਦੇ ਮਰਜ਼ੀ ਦੇ ਮੁਤਾਬਿਕ, खुदा ਦੀ ਯੋਜਨਾ ਦੇ ਮੁਤਾਬਿਕ। ਜਦੋਂ ਉਹ ਏਲੀਆ ਨਬੀ ਉੱਥੇ ਪਹੁੰਚਦਾ ਹੈ ਉਹਨਾਂ ਨੇ ਸਭ ਤੋਂ ਪਹਿਲਾਂ ਹਨੇਰੀ ਉੱਥੇ ਆਈ ਅਤੇ ਉਹ ਹਨੇਰੀ ਦੇ ਕਰਕੇ ਉਹ खुदा ਨੂੰ ਲੱਭਦੇ ਰਹੇ, ਮੇਰਾ खुदा ਕਿੱਥੇ ਆ, ਉਹ खुदा ਨੂੰ ਲੱਭਦੇ ਰਹੇ, लेकिन उन्होंने हनेरी दे विच खुदा नूं नहीं लभ्या। उस तो बाद असीं वेखदे हां उत्थे एक भूचाल आ गए, उत्थे एक भूचाल आ गए, हनेरी तो मगर एक भूचाल आ गए अते फिर भी उन्होंने वेख्या मेरा खुदा कित्थे है, उन्होंने वेख नहीं सके खुदा कित्थे। उस तो बाद भूचाल तो मगर की आ गया, अग आई अते अग दे विच भी वो लभदे रहे लेकिन खुदा नूं नहीं वेख्या। आखिर विच उन्होंने एक आवाज सुनी, ये उठ के फिर उस जगह तो थले चले गए अते उत्थे खुदा ने एक सवाल इन्होंने पूछदा है, एलिया तू इत्थे की कर रहे हो, एलिया तू इत्थे की कर रहे हो। ये सवाल अज मेरा भी तुहाडे भी दिल दे विच रखना ही चाहिए है। असां सारे खुदा नूं लभ के इधर उधर भटक जाते हां, असीं खुदा दे वचन सुनन लई कन्वेंशनां दे विच, दुआ बंदगी दे विच ते वख-वख थावां दे विच जाते हां, लेकिन असीं खुदा नूं अनुभव नहीं करदे। क्यों नहीं करदे? क्योंकि मेरे विश्वास ही नहीं किए। हाँ, एलिया नबी खुदा दे आवाज नूं सुन के वो चले गए लेकिन फिर भी वो खुदा नूं अनुभव नहीं कीते। आखिर विच उन्हां दे आवाज सुनी, एलिया तू इत्थे की कर रहे हो। प्यारियो अज वही खुदा सान भी ये सवाल पूछदा है, फादर बेटसन तू इत्थे की कर रहे हो, ते मेरे प्यारे शाहकोट पैरिश दे लोगो तुसी इत्थे की कर रहे हो। मेरा इकलौता बेटा प्रभु यीशु मसीह दे पवित्र कुर्बानी में तुहानूं दिंदा हां, उन्हां दी हजूरी में तुहानूं दिंदा हां, तुसी इत्थे की कर रहे हो, तुसी मैनूं क्यों अनुभव नहीं करदे? क्यों अनुभव नहीं करदे? क्योंकि मैं खुद तुहाडे विचकार खड़ा हां, मैं तुहानूं मेरा जीवन दिंदा हां। प्रभु यीशु मसीह किसान कहंदा संदी उन्हां दी अंजील 6 बाब दे विच मैं जीवन दी रोटी हां, मैं जीवन दी रोटी हां। जो मेरा बदन खांदा है ते जो मेरा लहू पींदा है मैं उस दे विच वसदा हां ते ओ मेरे विच वसदा है। हालेलुया, हालेलुया, हालेलुया। प्यारियों वही प्रभु यीशु मसीह नूं अनुभव करन लई असीं पाक मास दी कुर्बानी दे विच शामिल हुंदे हां, लेकिन कई बारी साडे मन दे विच हो जांदे चलो ये एक साडे फर्ज है, एक जिम्मेवारी है, जिम्मेवारी दे तौर ते मैं पाक मास दी कुर्बानी दे विच शामिल होना ते मैं मेरी जिम्मेवारियां नूं निभावांगा, लेकिन साडी विश्वास नूं मजबूत करन लई नहीं सगों मेरी जिम्मेवारियां नूं निभाउण लई असीं जांदे हां, उत्थे असीं खुदा नूं अनुभव नहीं कर सकदे। प्यारे उसी तरह अज दा पवित्र अंजील दे विच असीं वेखिया, संत मत्ती दे अंजील दे विच उसदा 14 बाब दे विच असीं वेखिया है जिथे प्रभु यीशु मसीह अपने चेलियां सारियां नूं छड्ड के इकल्ला ही प्रार्थना करन लई जांदा है। अते प्रभु यीशु मसीह उत्थे जाण तो पहले एक छोटा जिहा वधिया
छोटा नहीं सगों वड्डा ही काम कीता। प्रभु यीशु के पवित्र वचन सुनने वाले बहुत लोग इकट्ठे होंदे सन। बहुत सारे लोग चंगाई दे लई प्रभु यीशु कोल जांदे सन ते आखिर विच प्रभु यीशु मसीह उन्हां दे चेलियां नूं कल दिता अते वो खुद अपने कलीसिया नूं देखो प्रभु यीशु मसीह दा काम कोई अपने लोकां अपनी कलीसिया जो भी उन्हां दे लगे आए सन जो प्रभु दे वचन सुनने लई आए सन उन्हां सारियां नूं छड्डण लई उन्हां नूं विदा करन लई प्रभु यीशु मसीह खुद उत्थे व्यस्त रहे ते आखिर विच उन्हां नूं छड्डण तो बाद प्रभु यीशु मसीह ने प्रार्थना करने लई पहाड़ ते चला गया। समा काफ़ी हो गए ते बाद विच प्रभु यीशु मसीह नूं उन्हां दे चेलियां कोल जाना चाहिदा सी क्योंकि प्रभु यीशु मसीह पहले ही उन्हां दे रसूलां नूं वापस कर लिया सी। इसलिए प्रभु यीशु मसीह खुद उन्हां कोल जाण लई की कीता। प्रभु यीशु मसीह ने की कीता? प्रभु यीशु मसीह उठ गया पहाड़ तो थल्ले आ गया उत्थे फिर समुद्र सी समुद्र दे उत्ते पानी दे उत्ते प्रभु यीशु मसीह ने तुरना शुरू किया। प्रभु यीशु मसीह तुर के उन्हां दे चेलियां कोल जाण लई कोशिश की कोशिश नहीं सगों प्रभु यीशु मसीह ने उत्थे चला गया। लेकिन जदों उन्हां दे रसूलां ने ये वेख्या कि उत्थे एक आदमी पानी दे उत्ते तुर के आ रहा नॉर्मली असी भी की कहणगे असी भी की कहना ये रब्बा ये कौन ये भूत आ रहा है ना ये भूत आ रहा क्योंकि पानी दे ते कोई तुर नहीं सकते। ये सच्चाई है। कोई भी तुहाडे विच हुण कल्ले एक लाल सागर दे विच असी हिस्टरी जेड़े पढ़दे आ उन्हां नूं पता होणगे लाल सागर दे विच असी डुब नहीं हुंदे क्योंकि ओहदे विच सोल्ट ज़्यादा ये करके वो असी डुब नहीं जाते। लेकिन प्यारियों प्रभु यीशु मसीह खुद उधर नूं जांदा सी तुर के जांदा है उन्हां दे चेलियां कोल क्योंकि प्रभु यीशु मसीह उन्हां नूं सिखाउणा चाहिदा सी कुछ ना कुछ। सो इसलिए प्रभु यीशु उत्थे पहुंच गए। जांदे जांदे समा उन्हां दे रसूलां ने वेख्या एक आदमी पानी दे उत्ते तुर के साडे उन्हां कोल जांदे हन उन्हां कोल आउंदे हन अते ये उन्हां नूं वेख के डर गए सचमुच हैरान हो गए कि ये कौन आ रहा है ते आपस में गलबात करने लगे ये एक भूत है एक भूत है। उस समय भी देखो थोड़े समय पहले प्रभु यीशु मसीह उन्हां दे नाल सी ना प्रभु यीशु मसीह उन्हां दे नाल सी ते प्रभु यीशु मसीह थोड़े समय प्रार्थना करने लई चले गए। प्रार्थना तो बाद थल्ले आ गया फिर प्रभु यीशु ने वो पहचानिया नहीं जेड़े प्रभु यीशु मसीह मुक्तिदाता उन्हां दे नाल सी उन्हां नूं पहचानिया नहीं कि वो कौन आ रहा है कौन आ रहा है। अते जदों प्रभु यीशु मसीह उन्हां दी गलबात सुनी प्रभु यीशु ने की किया पवित्र वचन दे विच संत मत्ती दे अंजील उस दा 14 बाब दे 27वां आयत विच असीं पढ़दे हां वो डर दे मारे चीका मारन लगे यानी कि हौली हौली बड़बड़ाउण लगे चीका मारन लगे है ना। आजकल कुछ लोग कहते ने फादर जी तुसी आ जाओ मेरी बेटी नो या मेरा परिवार दे विच आ फलाना बंदे नो भूत चंबड़िया है कहते ने बहुत सारे लोग कहते फादर जी भूत चंबड़िया है इस करके वो शैतान नूं उन्हां दे शरीर दे विचों कड्डो। चीका मारन लगे वो डर गए डर दे मारे वो चीका मारन लगे ते बाद च की लिखिया पर उसने तुरंत उन्हां नाल बोलदे होए कहा हौसला रख ये मैं हाँ डरो नहीं। हौसला रख सब तो पहली गल दूसरी गल हौसला रख ये मैं हाँ मैं जो जिंदा खुदा जो तुहाडे लई मेरा जीवन समर्पित कीता है वही प्रभु हाँ मैं वही हाँ। अते आखिर विच प्रभु यीशु कहता है डरो नहीं। सो ये तीन गल्लां नो अज प्रभु यीशु मसीह साडे नाल भी करदा तीन गल्लां प्रभु यीशु साडे नाल भी करदा मेरा प्यारे बेटा बेटी तुसी डरो नहीं हौसला रख तुहाडे परिवारिक जिंदगी दे विच तुसी दुख मुसीबतां वेखोगे तुहाडे जिंदगी दे विच तुसी वख-वख परेशानी दे विच फस जाओगे फिर भी डरना नहीं है। बहुत सारे लोग तुहाडे उत्ते अत्याचार लाउणगे फिर भी तुसी डरो नहीं क्योंकि मैं हाँ मैं तुहाडे नाल चलदा हाँ मैं तुहानू आशीष दिंदा हाँ मैं हाँ हौसला रख। ये दूसरी गल उस तो बाद ये खड़ना होने तो बाद ही पतरस तो हिम्मत वाला एक आदमी सी ना
ਉਹਨਾਂ ਦੇ ਆਪਸ ਉਹਨਾਂ ਦੇ ਜਿਹੜੇ ਪ੍ਰਭੂ ਯਿਸੂ ਮਸੀਹ ਦੇ ਰਸੂਲਾਂ ਦੇ ਵਿੱਚੋਂ ਪਤਰਸ ਹੈ ਸਭ ਤੋਂ ਸ਼ਕਤੀਸ਼ਾਲੀ ਅਤੇ ਹਿੰਮਤ ਵਾਲਾ ਆਦਮੀ। ਪਤਰਸ ਕਹਿੰਦਾ ਹੈ, ਇਹ ਪ੍ਰਭੂ ਜੇਕਰ ਤੂੰ ਹੋ, ਇਹ ਤੁਸੀਂ ਹੋ, ਤਾਂ ਤੁਸੀਂ ਮੈਨੂੰ ਆਗਿਆ ਦੇ ਕਿ ਮੈਂ ਤੁਹਾਡੇ ਕੋਲ ਆਵਾਂ। ਉਹਨਾਂ ਦੇ ਵੀ ਗੱਲਾਂ ਤਾਂ ਬੜੇ ਸੋਹਣੇ ਆ। ਪਤਰਸ ਨੇ ਵੀ ਬੜੀ ਖੁਸ਼ੀ ਦੇ ਨਾਲ, ਬੜੀ ਹਿੰਮਤ ਨਾਲ ਕਿਹਾ, ਕਿਉਂਕਿ ਉਹਨਾਂ ਨੂੰ ਇਹ ਜਿਹੜੇ ਸ਼ੱਕ ਸੀ ਉਹ ਸ਼ੱਕ ਦੂਰ ਕਰਨਾ ਸੀ। ਇਸ ਲਈ ਉਹਨਾਂ ਨੇ ਕੀ ਕਿਹਾ, ਮੈਨੂੰ ਵੀ ਆਗਿਆ ਦੇ ਤਾਂ ਕਿ ਮੈਂ ਤੁਹਾਡੇ ਕੋਲ। ਉਹਨਾਂ ਨੂੰ ਪਤਾ ਸੀ ਜੋ ਵੀ ਪ੍ਰਭੂ ਯਿਸੂ ਮਸੀਹ ਸਾਨੂੰ ਆਗਿਆ ਦੇਣਗੇ ਉਹ ਸਭ ਕੁਝ ਪੂਰਾ ਹੋ ਜਾਂਦਾ ਹੈ। ਉਹ ਪਤਰਸ ਨੂੰ ਪਤਾ ਸੀ ਅਤੇ ਪਤਰਸ ਉਹਨਾਂ ਕੋਲ ਜਾਣ ਲਈ ਇੱਕ ਬੇਨਤੀ ਕਰਦਾ ਤੇ ਪ੍ਰਭੂ ਯਿਸੂ ਮਸੀਹ ਉਹਨਾਂ ਨੂੰ ਕਹਿੰਦਾ ਹੈ, ਆ ਜਾ। ਸਿਰਫ ਇਹਨੇ ਕੀ ਕਿਹਾ, ਆ ਜਾ, ਹੋਰ ਕੋਈ ਗੱਲ ਨਹੀਂ ਕੀਤੀ, ਆ ਜਾ। ਅਤੇ ਉਹ ਉੱਠ ਕੇ ਪ੍ਰਭੂ ਯਿਸੂ ਮਸੀਹ ਵੱਲ ਜਾਣ ਲੱਗੇ। ਜਾਂਦੇ ਜਾਂਦੇ ਸਮਾਂ ਉਹਨਾਂ ਨੇ ਕੀ ਵੇਖਿਆ, ਹਨੇਰੀ ਵੇਖੀ, ਤੂਫਾਨ ਆ ਗਏ। ਤੂਫਾਨ ਆਉਣ ਤੇ ਉਹ ਡਰ ਗਏ। ਡਰ ਦੇ ਮਾਰੇ ਫਿਰ ਉਹ ਪਿੱਛੇ ਮੁੜ ਕੇ ਵੇਖਿਆ ਅਤੇ ਉਹ ਡੁੱਬਣ ਲੱਗਾ। ਉਦੋਂ ਉਹਨਾਂ ਦੇ ਮੂੰਹ ਚੋਂ ਇੱਕ ਸ਼ਬਦ ਨਿਕਲਿਆ, ਪਤਰਸ ਦੇ ਮੂੰਹ ਚੋਂ, ਕੀ ਕਿਹਾ, ਮੈਨੂੰ ਬਚਾਵੋ ਪ੍ਰਭੂ, ਮੈਨੂੰ ਬਚਾਵੋ ਪ੍ਰਭੂ, ਮੈਨੂੰ ਬਚਾਵੋ। ਮੈਂ ਡੁੱਬਦਾ ਹਾਂ ਸਮੁੰਦਰ ਦੇ ਵਿੱਚ, ਇਸ ਪਾਣੀ ਦੇ ਵਿੱਚ ਮੈਂ ਡੁੱਬਦਾ ਹਾਂ, ਮੈਨੂੰ ਬਚਾਵੋ। ਮੇਰਾ ਕੋਈ ਸਹਾਰਾ ਨਹੀਂ, ਤੁਸੀਂ ਮੈਨੂੰ ਬਚਾਓ। ਤੇ ਪ੍ਰਭੂ ਯਿਸੂ ਮਸੀਹ ਉਹਨਾਂ ਦੇ ਬਾਹਾਂ ਫੜ ਕੇ ਉਹਨਾਂ ਨੂੰ ਚੁੱਕ ਲਿਆ ਅਤੇ ਉਹਨਾਂ ਨੂੰ ਕਿਹਾ, ਇਹ ਘੱਟ ਈਮਾਨ ਵਾਲਿਓ, ਤੁਸੀਂ ਸ਼ੱਕ ਕਿਉਂ ਕਰਦੇ ਹੋ? ਤੇ ਆਖਿਰ ਵਿੱਚ ਸਾਨੂੰ ਪਤਾ ਹੈ ਉਹ ਵਿਸ਼ਵਾਸ ਦੇ ਵਿੱਚ ਮਜ਼ਬੂਤ ਹੋ ਗਿਆ ਤੇ ਜਿੰਨੇ ਵੀ ਲੋਕ ਉੱਥੇ ਖੜੇ ਸਨ ਸਾਰੇ ਸਿਜਦਾ ਕਰਕੇ ਇਹ ਕਹਿਣ ਲੱਗਾ ਕਿ ਤੁਸੀਂ ਸੱਚਮੁੱਚ ਖੁਦਾ ਦਾ ਬੇਟਾ ਹੈ। ਹੁਣ ਪਿਆਰਿਓ, ਅਸੀਂ ਆਪਣੀ ਜ਼ਿੰਦਗੀ ਵੱਲ ਵੀ ਵੇਖੀਏ। ਸਾਡੀ ਜ਼ਿੰਦਗੀ ਵੀ ਇਹੋ ਜਿਹਾ ਇੱਕ ਸਮਾਂ ਹੈ, ਇੱਕ ਆਪਣੇ ਪਤਰਸ ਦੀ ਜ਼ਿੰਦਗੀ ਵਾਂਗ ਹੈ। ਅਸੀਂ ਇਸ ਦੁਨੀਆ ਦੇ ਜਿਹੜੇ ਦੁਨੀਆ ਇੱਕ ਸਮੁੰਦਰ ਦੇ ਵਾਂਗ ਹੈ। ਇਸ ਦੁਨੀਆ ਦੇ ਵਿੱਚ ਅਸੀਂ ਚੱਲਦੇ ਹਾਂ, ਪ੍ਰਭੂ ਵੱਲ ਅਸੀਂ ਜਾਂਦੇ ਹਾਂ। ਪ੍ਰਭੂ ਵੱਲ ਅਸੀਂ ਕਹਿੰਦੇ ਕਿ ਮੈਂ ਕੈਥੋਲਿਕ ਹਾਂ, ਮੈਂ ਈਸਾਈ ਹਾਂ, ਮੈਂ ਵਿਸ਼ਵਾਸੀ ਹਾਂ, ਮੈਂ ਮੇਰੇ ਪ੍ਰਭੂ ਵੱਲ ਜਾਂਦਾ ਹਾਂ। ਲੇਕਿਨ ਜਦੋਂ ਪ੍ਰਭੂ ਵੱਲ ਨਿਸ਼ਾਨ ਲਾ ਕੇ ਮੈਂ ਜਾਂਦਾ ਹਾਂ, ਉਸ ਸਮਾਂ ਮੈਨੂੰ ਇਹ ਸ਼ੱਕ ਪੈਦਾ ਹੋ ਜਾਂਦਾ ਹੈ ਕਿ ਸੱਚਮੁੱਚ ਇਹ ਮੇਰਾ ਖੁਦਾ ਹੈ, ਕਿ ਸੱਚਮੁੱਚ ਇਹ ਮੇਰਾ ਮੁਕਤੀਦਾਤਾ ਹੈ। ਇਸ ਲਈ ਮੇਰੇ ਸ਼ੱਕ ਦੇ ਕਰਕੇ ਮੈਂ ਪਿੱਛੇ ਮੁੜ ਕੇ ਵੇਖਦਾ ਹਾਂ। ਪਿੱਛੇ ਮੁੜ ਕੇ ਵੇਖਣ ਦਾ ਸਮਾਂ ਮੈਂ ਦੁਨੀਆ ਨੂੰ ਹੀ ਦੇਖਦਾ, ਹੋਰ ਕੁਝ ਨਹੀਂ। ਦੁਨੀਆ ਹੀ ਦੇਖਦਾ, ਉਸ ਸਮਾਂ ਖੁਦਾ ਨੂੰ ਨਹੀਂ, ਜੋ ਮੈंने ਜੀਵਨ ਦਿੱਤੇ ਹੋਏ ਮੇਰੇ ਰੱਬ ਨੂੰ ਨਹੀਂ, ਮੇਰੇ ਪ੍ਰਭੂ ਨੂੰ ਨਹੀਂ, ਸਗੋਂ ਮੈਂ ਦੁਨੀਆ ਵੱਲ ਵੇਖਦਾ ਅਤੇ ਮੇਰੀ ਜ਼ਿੰਦਗੀ ਇਸ ਦੁਨੀਆ ਦੇ ਵਿੱਚ ਡੁੱਬ ਜਾਂਦੀ ਹੈ। ਉਸ ਸਮਾਂ ਡੁੱਬ ਜਾਂਦੀ ਹੈ। ਉਸ ਸਮਾਂ ਅਸੀਂ ਗਲਤੀਆਂ ਦੇ ਵਿੱਚ ਫਸ ਜਾਂਦੇ ਹਾਂ, ਉਸ ਸਮਾਂ ਅਸੀਂ ਗੁਨਾਹ ਕਰਦੇ ਹਾਂ, ਉਸ ਸਮਾਂ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਭਟਕ ਜਾਂਦੇ ਹਾਂ। ਪਿਆਰੀ, ਅੱਜ ਦਾ ਦਿਨ ਅਸੀਂ ਆਪਣੇ ਨੌਜਵਾਨਾਂ ਦੇ ਬਾਰੇ ਵੀ ਸੋਚੀਏ। ਹਾਂ, ਸਾਨੂੰ ਪਤਾ ਹੈ ਕਿ ਇਸ ਨਵੇਂ ਜ਼ਮਾਨੇ ਦੇ ਵਿੱਚ ਸਭ ਕੁਝ ਮਿਲਦਾ ਹੈ। ਇੱਥੋਂ ਤੱਕ ਬੱਚੇ ਨੂੰ ਪੈਦਾ ਕਰਨ ਤੱਕ ਵੀ ਕਾਫੀ ਆਰਟੀਫੀਸ਼ੀਅਲ ਪ੍ਰੋਗਰਾਮਸ ਹੈਗੇ। ਇਹ ਸਭ ਕੁਝ ਮਿਲਦਾ ਹੈ, ਸਭ ਕੁਝ ਇਸ ਦੁਨੀਆ ਦੇ ਵਿੱਚ ਚੱਲਦਾ ਹੈ। ਲੇਕਿਨ ਪਿਆਰੀ, ਇੱਕ ਨੌਜਵਾਨ ਲੜਕਾ ਜਾਂ ਲੜਕੀ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਖੁਦਾ ਨੂੰ ਅਨੁਭਵ ਕਰਨਾ ਹੈ ਤਾਂ ਸਭ ਤੋਂ ਪਹਿਲਾਂ ਕੀ ਕਰਨਾ? ਉਹਨਾਂ ਦੇ ਵਿਸ਼ਵਾਸ ਨੂੰ ਮਜ਼ਬੂਤ ਕਰਨਾ ਹੈ। ਉਹਨਾਂ ਨੂੰ ਇਹ ਵਿਸ਼ਵਾਸ ਕੀ ਹੁੰਦਾ ਹੈ? ਵਿਸ਼ਵਾਸ ਕੀ ਹੈ? ਖੁਦਾ ਤੋਂ ਸਾਨੂੰ ਮਿਲੇ ਹੋਈ ਇੱਕ ਫ੍ਰੀ ਗਿਫਟ ਹੈ। ਅਸੀਂ ਕੁਝ ਬਣਾਇਆ ਨਹੀਂ। ਇਹ ਵਿਸ਼ਵਾਸ ਕੋਈ ਚੀਜ਼ਾਂ ਦੇ, ਕੋਈ ਥਰਮੋਕੋਲ ਦੇ ਨਾਲ ਨਹੀਂ ਬਣਾਏ ਜਾਂ ਕੋਈ ਮਿੱਟੀ ਦੇ ਨਾਲ ਨਹੀਂ ਬਣਾਏ। ਵਿਸ਼ਵਾਸ ਸਾਨੂੰ ਖੁਦਾ ਤੋਂ ਮਿਲੇ ਹੋਏ ਇੱਕ ਤੋਹਫਾ ਹੈ, ਮੁਫਤ ਗਿਫਟ ਹੈ, ਮੁਫਤ ਇੱਕ ਤੋਹਫਾ ਹੈ। ਸੋ ਪਿਆਰਿਓ, ਇਹ ਜਿਹੜੇ ਵਿਸ਼ਵਾਸ ਸਾਨੂੰ ਮਿਲਿਆ ਹੈ, ਉਸ ਵਿਸ਼ਵਾਸ ਨੂੰ ਅਸੀਂ ਹਰ ਰੋਜ਼ ਮਜ਼ਬੂਤ ਕਰਨਾ ਹੈ। ਸਾਡੇ ਇਸ ਨਵੇਂ ਜ਼ਮਾਨੇ ਦੇ ਵਿੱਚ ਕਿੰਨੇ ਕੀ ਭੈਣ ਭਰਾ ਆਪਣੇ, ਕਿੰਨੇ ਕੀ ਨੌਜਵਾਨ ਲੜਕੇ ਆਪਣੇ ਪਰਿਵਾਰਾਂ ਦੇ ਵਿੱਚ ਪਾਪਾ ਮੰਮੀ ਦੇ ਨਾਲ, ਮਾਂ-ਬਾਪ ਦੇ ਨਾਲ, ਆਪਣੇ ਭੈਣ ਭਰਾਵਾਂ ਦੇ ਨਾਲ, ਛੋਟੇ ਜਿਹੜੇ ਨਿਆਣੇ ਅਸੀਂ ਆਪਣੇ ਪਰਿਵਾਰ ਦੇ ਵਿੱਚ ਵੇਖਦੇ, ਉਹਨਾਂ ਸਾਰਿਆਂ ਦੇ ਨਾਲ ਬੈਠ ਕੇ ਦੁਆ ਕਰਦੇ ਨੇ। ਕਿੰਨੇ ਕੀ ਲੋਕ ਪਰਿਵਾਰਿਕ ਪ੍ਰਾਰਥਨਾ ਦੇ ਵਿੱਚ ਹਿੱਸਾ ਲੈਂਦੇ ਹਨ। ਸ਼ਾਮ ਦੇ ਵੇਲੇ ਜਦੋਂ ਅਸੀਂ ਪਿੰਡਾਂ ਦੇ ਵਿੱਚ ਜਾਵਾਂਗੇ, ਸਾਨੂੰ ਪਤਾ, ਅਸੀਂ ਅੱਜ ਕੱਲ੍ਹ ਦੇਖਦੇ ਹਾਂ ਬਹੁਤ ਸਾਰੇ ਨੌਜਵਾਨ, ਇਹ ਜ਼ਰੂਰੀ ਨਹੀਂ ਕਿ ਨੌਜਵਾਨ ਹੀ ਜਾਣਾ, ਇਹਦੇ ਵਿੱਚ ਨਿਆਣੇ ਤੱਕ ਹੈਗੇ, ਜਿਹੜੇ ਛੋਟੇ ਬੱਚੇ ਹੈਗੇ ਆ, ਉਹ
ਚੌਂਕ ਦੇ ਵਿੱਚ ਜਾ ਕੇ ਖੇਡਦੇ ਰਹਿੰਦੇ, ਉਹ ਚੌਂਕ ਦੇ ਵਿੱਚ ਜਾ ਕੇ ਬੈਠ ਕੇ ਉਹ ਇੱਕ ਦੂਸਰੇ ਦੇ ਨਾਲ ਗੱਲਬਾਤ ਕਰਦੇ, ਫੋਨ ਦੇ ਵਿੱਚ ਲੱਗੇ ਰਹਿੰਦੇ ਹਨ। ਇੱਕ ਹੁਣ ਜਦੋਂ ਫੋਨ ਦੀ ਗੱਲ ਕੀਤੀ ਆ, ਉਸ ਸਮਾਂ ਉਹ ਇੱਕ ਪਾਸਟਰ ਹੈ, ਉਹ ਪਾਸਟਰ ਦਾ ਨਾਮ ਤਾਂ ਇੱਕ ਜਵਾਨ ਜਿਹਾ ਇੱਕ ਪਾਸਟਰ ਹੈ, ਰੀਸੈਂਟਲੀ ਉਹ ਆਇਆ, ਸਾਈਮਨ ਯੈਸ, ਸਾਈਮਨ ਜਿਹੜਾ ਇੱਕ ਪਾਸਟਰ ਹੈ। ਉਸ ਪਾਸਟਰ ਨੇ ਇੱਕ ਦਿਨ ਉਹਨਾਂ ਦੇ ਇੱਕ ਪ੍ਰਚਾਰ में उस तरह मैं वीडियो ਦੇ ਵਿੱਚ ਦੇਖਿਆ, ਉਹਨਾਂ ਨੇ ਕਿਹਾ ਅੱਜ ਕੱਲ ਬੱਚੇ WhatsApp ਦੇ ਗਰੁੱਪ ਖੇਡਦੇ ਰਹਿੰਦੇ, ਖੁਰ ਗਰੁੱਪ ਵਿੱਚ ਖੇਡਦੇ ਰਹਿੰਦੇ ਆ, ਤੇ ਬਸ ਟਿਕਟੋਕ ਦੇ ਵਿੱਚ ਅੱਜ ਕੱਲ ਟਿਕਟੋਕ ਬੰਦ ਹੋ ਗਏ, ਲੇਕਿਨ WhatsApp ਤਾਂ ਅੱਜ ਵੀ ਚੱਲਦੇ ਹਨ, ਬਸ ਹਮੇਸ਼ਾ ਉਹ ਗਰੁੱਪ ਖੇਡਦੇ ਰਹਿੰਦੇ ਆ, ਗਰੁੱਪ ਖੇਡਦੇ ਰਹਿੰਦੇ। ਇਹ ਸੱਚਾਈ ਹੈ। ਕੋਈ ਵੀ ਇੱਕ ਖਬਰ ਅੱਜ ਇੱਥੇ ਮਿਲ ਗਿਆ ਤਾਂ ਫਿਰ ਇਹ ਪੂਰੀ ਦੁਨੀਆ ਨੂੰ ਮਿਲ ਜਾਂਦੀ ਹੈ। ਕਿਸੇ ਦੇ ਬਾਰੇ ਕੋਈ ਚੁਗਲੀ ਕਿਸੇ ਨੇ ਲਾਈ, ਉਹ ਚੁਗਲੀ ਲੋਕਾਂ ਤੱਕ ਪਹੁੰਚ, ਉਹਨਾਂ ਦੇ ਕੰਨਾਂ ਤੱਕ ਪਹੁੰਚਣਗੇ ਤੇ ਉਹਨਾਂ ਦੇ ਵਿਰੁੱਧ ਲੋਕ ਸੋਚਦੇ ਹਨ। ਕਿਉਂ? ਕਿਉਂਕਿ ਇਹ ਟੈਕਨੋਲੋਜੀ ਅਸੀਂ ਗਲਤ ਕੰਮ ਦੇ ਲਈ ਵਰਤਦੇ ਹਾਂ। ਟੈਕਨੋਲੋਜੀ ਕਦੀ ਕੋਈ ਗਲਤ ਚੀਜ਼ ਨਹੀਂ ਆ। ਮੈਂ ਕਦੀ ਵੀ ਸਮਾਰਟਫੋਨ ਦੇ ਲਈ ਜਾਂ ਇੰਟਰਨੈਟ ਦੇ ਲਈ ਕੋਈ ਵੀ ਚੀਜ਼ਾਂ ਦੇ ਖਿਲਾਫ ਨਹੀਂ ਆ, ਲੇਕਿਨ ਜਿਹੜੇ ਕੰਮ ਦੇ ਲਈ ਅਸੀਂ ਵਰਤਣਾ ਚਾਹੀਦਾ ਉਸ ਕੰਮ ਦੇ ਲਈ ਅਸੀਂ ਜ਼ਰੂਰ ਵਰਤਨੇ ਹਾਂ। ਅੱਜ ਕੱਲ ਇਹ ਟੈਕਨੋਲੋਜੀ ਦੇ ਕਰਕੇ ਬਹੁਤ ਸਾਰੇ ਭੈਣਾਂ ਨੂੰ, ਬਹੁਤ ਸਾਰੇ ਮਾਵਾਂ ਨੂੰ ਆਪਣੇ ਜੋ ਇੱਜ਼ਤ ਹੈ, ਜੋ ਆਪਣੇ ਚਾਸਟਿਕ ਹੈ, ਆਪਣੀ ਇੱਜ਼ਤ ਹੈ, ਉਹ ਵੀ ਖਤਮ ਹੋ ਗਏ। ਉਹ ਵੀ ਉਹ ਲੋਕਾਂ ਦੇ ਸਾਹਮਣੇ ਗਲਤ ਕੰਮ ਦੇ ਲਈ ਪੇਸ਼ ਕੀਤਾ ਜਾਂਦਾ ਹੈ। ਲੋਕਾਂ ਦੇ ਜਿਹੜੇ ਖਾਸ ਕਰਕੇ ਭੈਣਾਂ ਨੂੰ ਜਾਂ ਮਾਵਾਂ ਨੂੰ ਆਪਣੇ ਭੈਣ ਭਰਾ ਜਾਂ ਆਪਣੀ ਮਾਂ ਸਮਝਣ ਦੇ ਜਗ੍ਹਾ ਤੇ ਅਸੀਂ ਉਹਨਾਂ ਨੂੰ ਇੱਕ ਸੈਕਸ ਦਾ ਇੱਕ ਵਸਤੂ ਸਮਝਦੇ ਆ, ਅਤੇ ਆਖਿਰ ਵਿੱਚ ਕੀ ਹੁੰਦਾ ਹੈ, ਉਹਨਾਂ ਦੀ ਜ਼ਿੰਦਗੀ ਬਰਬਾਦ ਵਿੱਚ ਹੋ ਜਾਂਦੀ ਹੈ। ਤੇ ਉਹ ਉਸ ਦੇ ਲਈ ਕਿਸ ਚੀਜ਼ ਅੱਗੇ ਚੱਲਦੇ ਆ? ਇਹੀ ਟੈਕਨੋਲੋਜੀ। ਕਿਉਂਕਿ ਨੌਜਵਾਨਾਂ ਦੇ ਵਿੱਚ ਵੀ ਅਸੀਂ ਵੇਖਦੇ ਆ ਜ਼ਿਆਦਾ ਤੋਂ ਜ਼ਿਆਦਾ ਇਹ ਪੋਰਨੋਗ੍ਰਾਫੀ ਦੇ ਵਿੱਚ ਤੇ ਵੱਖ-ਵੱਖ ਗਲਤ ਕੰਮ ਦੇ ਵਿੱਚ ਵੀ ਉਹ ਫਸ ਜਾਂਦੇ ਹਨ। ਕੁੜੀਆਂ ਨੂੰ ਬਹੁਤ ਸਾਰੇ ਮੁੰਡੇ ਧੋਖਾ ਦਿੰਦੇ ਹਨ। ਕਿਉਂ? ਕਿਉਂਕਿ ਕਿਸੇ ਦੇ ਉੱਤੇ ਕੋਈ ਭਰੋਸਾ ਨਹੀਂ ਆ, ਕਿਸੇ ਦੇ ਉੱਤੇ ਕੋਈ ਭਰੋਸਾ ਨਹੀਂ। ਸਿਰਫ ਥੋੜੇ ਸਮਾਂ ਦੇ ਮਜ਼ਾ ਦੇ ਲਈ ਉਹ ਇਸਤਰੀ ਨੂੰ, ਲੜਕੀਆਂ ਨੂੰ ਇਸਤੇਮਾਲ ਕਰਦੇ। ਆਖਿਰ ਵਿੱਚ ਉਹ ਕਰੀ ਪੱਤਾ ਦਾ ਪਤਾ ਹੈ ਨਾ ਤੁਹਾਨੂੰ? ਕਰੀ ਪੱਤਾ ਕਿਸ ਚੀਜ਼ ਦੇ ਲਈ ਵਰਤਿਆ ਜਾਂਦਾ ਹੈ? ਉਹ ਥੋੜੇ ਟੇਸਟ ਦੇ ਲਈ ਪਾਇਆ ਜਾਂਦਾ ਹੈ ਅਤੇ ਉਸ ਤੋਂ ਬਾਅਦ ਚੂਸ ਕੇ ਬਾਹਰ ਸੁੱਟ ਦਿੰਦੇ ਆ। यही हिसाब आजकल चलते हैं। सो प्यारी, इसके लिए सब तो पहले अपने जो नौजवान ये सब तो पहले सीरियसली सोचना चाहिए कि मेरे परिवार दे विच जो भी मैनू मिलया है, मेरे पापा मम्मी ने मैनू लेके दिते, जो भी पावे कोई कंप्यूटर हो या कोई मोबाइल फोन हो या कोई भी टेक्नोलॉजी हो, उसनू चंगी तरह इस्तेमाल करना। उसके इस्तेमाल दे राही तुहानू वेख के तुहाडे नियाणे भी आ रहे हैं, छोटे छोटे बच्चे भी आजकल आ रहे हैं। तो वही बच्चे फिर सही रास्ते ते चलोगे, नहीं तो जिस तरह असी उदाहरण एक रास्ता विखाते वही रास्ते थाने बच्चे भी आएंगे तो साडे भविक कित्थे पहुँचेंगे सानू नहीं पता। ये पहली गल है। ये एक उदाहरण में दिता। आजकल ਇਹੋ ਜਿਹੀ ਪਰੇਸ਼ਾਨੀਆਂ ਅਸੀਂ ਵੇਖਦੇ ਹਾਂ ਪਰਿਵਾਰ ਦੇ ਵਿੱਚ। ਜਦੋਂ ਪ੍ਰਾਰਥਨਾ ਨਹੀਂ ਹੁੰਦੀ ਉਸ ਸਮੇਂ ਇਹੋ ਜਿਹੀ ਪਰੇਸ਼ਾਨੀਆਂ ਤੁਸੀਂ ਜ਼ਰੂਰ ਸਾਹਮਣਾ ਕਰਨਾ ਪਊਗਾ। ਇਹਦੇ ਵਿੱਚ ਕੋਈ ਸ਼ੱਕ ਨਹੀਂ ਆ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਤੇ ਤੁਹਾਡੇ ਪਰਿਵਾਰ ਦੇ ਵਿੱਚ ਤੁਸੀਂ ਵੇਖਦੇ ਹੋ, ਤੁਹਾਡੇ ਪਤੀ ਪਤਨੀ ਦੇ ਵਿੱਚ ਵੀ ਜੋ ਪਹਿਲੇ ਯਾਦ ਕਰੋ ਜਿਸ ਦਿਨ ਤੁਹਾਡੇ ਵਿਆਹ ਹੋ ਗਏ, ਵਿਆਹ ਦਾ ਦਿਨ ਬੜੇ ਢੋਲ ਵਜਾ ਕੇ ਬੜੀ ਖੁਸ਼ੀ ਦੇ ਨਾਲ ਆਪਣੇ ਸਹੁਰੇ ਚਲੇ ਗਏ, ਤੁਸੀਂ ਭੈਣਾਂ ਬੜੀ ਖੁਸ਼ੀ ਨਾਲ ਚਲੇ ਗਏ ਤੇ ਭਰਾਵਾਂ ਬੜੀ ਖੁਸ਼ੀ ਨਾਲ ਉਹਨਾਂ ਨੂੰ ਸਵੀਕਾਰ ਵੀ ਕੀਤੇ। ਜਿਹੜੀ ਖੁਸ਼ੀ ਤੁਹਾਨੂੰ ਉਸ ਦਿਨ ਮਿਲਿਆ ਸੀ ਹੈ ਉਹੀ ਸੇਮ ਖੁਸ਼ੀ ਅੱਜ ਤੁਹਾਡੇ ਪਰਿਵਾਰ ਦੇ ਵਿੱਚ? ਸੋਚ ਲਓ, ਜਿਹੜੀ ਖੁਸ਼ੀ ਤੁਹਾਨੂੰ ਤੁਹਾਡੇ ਵਿਆਹ ਵਾਲੇ ਦਿਨ ਤੁਹਾਨੂੰ ਮਿਲਿਆ ਸੀ ਉਸ ਖੁਸ਼ੀ ਅੱਜ ਹੈ ਜਾਂ ਨਹੀਂ? ਘਟ ਗਈ ਹੈ। ਕਿਉਂ ਘਟ ਗਈ? ਕਿਉਂਕਿ ਆਪਸ ਵਿੱਚ ਇੱਕ ਤਾਲਮੇਲ ਨਹੀਂ ਆ, ਆਪਸ ਵਿੱਚ ਤਾਲਮੇਲ ਨਹੀਂ ਆ। ਤੇ ਨੌਜਵਾਨ ਦੀ ਗੱਲ ਅੱਜ ਕੱਲ ਪੁਰਾਣੇ ਜ਼ਮਾਨੇ ਦੇ ਵਿੱਚ ਅਸੀਂ ਵੇਖਦੇ ਆ ਹਰ ਇੱਕ ਪਰਿਵਾਰ ਦੇ ਵਿੱਚ 5 6 7 8 9 10 ਤੱਕ ਵੀ ਬੱਚੇ ਨੂੰ ਪੈਦਾ ਕਰਦੇ ਹੁੰਦੇ ਸੀ। ਅੱਜ ਕੱਲ ਅਸੀਂ ਇੱਕ ਸਾਨੂੰ ਵੀ ਇਹ ਕੀ ਕਾਫੀ ਹੈ। ਕਿਉਂ?
क्योंकि महंगाई बहुत ज़्यादा है ना, महंगाई बहुत ज़्यादा आ। बच्चों ਨੂੰ ਪਾਲਣ ਦਾ ਕਿਹੜੇ ਮਹਿੰਗਾਈ ਹੁੰਦੇ ਆ, ਬੱਚਿਆਂ ਨੂੰ ਪਾਲਣ ਦਾ ਕਿਹੜੇ ਮਹਿੰਗਾਈ ਹੁੰਦੇ ਆ। ਤੇ ਉਸ ਸਮਾਂ ਦੇ ਮੁਤਾਬਿਕ ਉਸ ਸਮਾਂ ਦੇ ਵਿੱਚ ਵੀ ਖਰਚੇ ਜ਼ਿਆਦਾ ਸੀ। ਜਿਸ ਤਰ੍ਹਾਂ ਹਰ ਦਿਨ ਦੇ ਵਿੱਚ ਅਸੀਂ ਅੱਗੇ ਵਧਦੇ, ਉਸੇ ਤਰ੍ਹਾਂ ਇਸ ਦਿਨ ਵੀ ਜੋ ਵੀ ਖਰਚਾ ਹੈ ਉਸੇ ਤਰ੍ਹਾਂ ਦਾ ਹੀ ਆ, ਕੋਈ ਫਰਕ ਤਾਂ ਨਹੀਂ ਹੈਗਾ। ਜਿਹੜੇ ਸਮਾਨ ਉਸ ਸਮਾਂ ਨਹੀਂ ਮਿਲਦਾ ਸੀ ਅੱਜ ਮਿਲਦਾ ਹੈ, ਜਿਹੜੇ ਸਮਾਨ ਅੱਜ ਨਹੀਂ ਮਿਲਦਾ ਉਹ ਉਸ ਸਮਾਂ ਸਾਨੂੰ ਮਿਲਦਾ ਹੁੰਦਾ ਸੀ, ਉਹ ਹੁਣ ਨਹੀਂ ਮਿਲਦੇ ਸਾਨੂੰ। ਸੋ ਪਿਆਰਿਓ, ਆਪਣੇ ਪਰਿਵਾਰ ਦੇ ਵਿੱਚ ਵੀ ਬੱਚਿਆਂ ਨੂੰ ਸਹੀ ਤਾਲੀਮ ਦੇਣ ਦਾ ਸਭ ਤੋਂ ਪਹਿਲਾ ਫਰਜ਼ ਮਾਂ-ਬਾਪ ਦਾ ਆ। ਸਕੂਲਾਂ ਦੇ ਵਿੱਚ ਫਾਦਰਾਂ ਕੋਲ ਜਾਂ ਸਕੂਲ ਦੇ ਵਿੱਚ ਸਿਸਟਰਾਂ ਕੋਲ ਕਰਨ ਦਾ ਇਹ ਸਭ ਕੁਝ ਸੈਕੰਡਰੀ ਹੈ, ਬਾਅਦ ਦੀ ਗੱਲ ਹੈ। ਉਸ ਤੋਂ ਪਹਿਲਾਂ ਤੁਸੀਂ ਤੁਹਾਡੇ ਪਰਿਵਾਰ ਦੇ ਵਿੱਚ ਮਾਂ-ਬਾਪ ਬੱਚਿਆਂ ਨੂੰ ਸਹੀ ਤਾਲੀਮ ਦਿਓ। ਸਲੀਮ ਦਾ ਨਿਸ਼ਾਨ ਕਰਨ ਲਈ ਕੌਣ ਸਿਖਾਉਂਦੇ? ਸਭ ਤੋਂ ਪਹਿਲਾਂ ਕੌਣ ਸਿਖਾਉਂਦੇ ਆ? ਇਹ ਫਾਦਰਾਂ ਸਿਸਟਰਾਂ ਦਾ ਕੰਮ ਨਹੀਂ ਆ, ਹਰ ਇੱਕ ਮਾਂ ਦਾ ਫਰਜ਼ ਬਣਦਾ। ਹਰ ਇੱਕ ਮਾਂ ਆਪਣੇ ਪਰਿਵਾਰ ਦੇ ਵਿੱਚ ਬੱਚਿਆਂ ਨੂੰ ਇਹ ਸਲੀਮ ਦਾ ਨਿਸ਼ਾਨ ਕਰਨਾ ਸਿਖਾਉਂਦੇ ਆ। ਉਸੇ ਤਰ੍ਹਾਂ ਪਰਿਵਾਰ ਦੇ ਵਿੱਚ ਸਭ ਤੋਂ ਪਹਿਲਾਂ ਉਹ ਬੱਚਿਆਂ ਦੇ ਮੂੰਹ ਦੇ ਵਿੱਚੋਂ ਨਿਕਲਣ ਵਾਲੇ ਸ਼ਬਦ ਕਿਹੜੇ ਆ? ਕੀ ਆ? ਸਮਾਰਟਫੋਨ ਹੀ ਕਹਿੰਦੇ ਆ ਬੱਚੇ, ਹੈ ਜਾਂ ਮੈਨੂੰ ਆਈਫੋਨ ਚਾਹੀਦੇ, यही बोलते बच्चे। सब तो पहला की बोलते बच्चे? माँ। माँ यही शब्द सब तो पहला बच्चे अपने मुंह विचों कढ़दे आ। कोई गाला नहीं कढ़दे, कोई गाला नहीं कढ़दे। बच्चे अपने मुंह विचों ये माँ दी आवाज सब तो पहला कढ़दे आ, अते उस तो बाद पापा जो भी है, जो भी बच्चे बाद बोलणगे सब कुछ। लेकिन प्यारिए, ये परिवार दे विच माँ बाप का फर्ज बनता है ਬੱਚਿਆਂ ਨੂੰ ਸਹੀ ਤਾਲੀਮ ਦੇਣਾ। ਅੱਜ ਤੁਸੀਂ ਸਿਖਾਓਗੇ ਤਾਂ ਕੱਲ ਬੱਚੇ ਸਹੀ ਰਸਤੇ ਤੇ ਚੱਲੋਗੇ, ਨਹੀਂ ਤਾਂ ਉਹ ਵੀ ਭਟਕ ਜਾਣਗੇ। ਕਦੀ ਕਦੀ ਤੁਸੀਂ ਵੀ ਸੋਚਦੇ ਹੋਣਗੇ ਫਾਦਰ ਜੀ ਬੱਚਿਆਂ ਦੇ ਕੰਨ ਪੁੱਟਦੇ ਆ, ਫਾਦਰ ਜੀ ਡਾਂਟਦੇ ਆ। ਮੈਂ ਡਾਂਟਣਾ ਆ, ਕਿਉਂਕਿ ਜਦੋਂ ਬੱਚੇ ਸਹੀ ਰਸਤੇ ਤੇ ਨਹੀਂ ਚੱਲਦੇ ਉਹਨਾਂ ਨੂੰ ਡਾਂਟਣਾ ਹੀ ਹੈ। ਉਹ ਡਾਂਟਦੇ ਕਰਕੇ ਮੈਂ ਅੱਜ ਤੁਹਾਡੇ ਸਾਹਮਣੇ ਖੜਾ। मेरा माँ बाप ने मैनू डांटे, इसलिए मैं अज तुहाडे सामने खड़ा वा, नहीं तो मैं नहीं खड़ा होना सी, मैं भी और किते भटक जाना सी। क्योंकि स्कूल समां दे विच मैं इन्ने वधिया मुंडा सीगा। इसलिए सो प्यारियो, असां सारियां नूं अपने बच्चों नूं सही ढंग नाल सिखाउण दे फर्ज नूं समझना चाहिए ते उस दे मुताबिक बच्चों नूं सिखाउणा है। ते उसी तरह नौजवान लड़के लड़कियां दे एक फर्ज है, नौजवानों दे एक फर्ज है कि ये ना सोचे कि सानू फ्रीडम मिल गया है ना, हुण अगस्त 15 नूं असीं आज़ादी दिवस मनाउणगे, लेकिन वो आज़ादी ये ना समझो कि मेरे पापा मम्मी नूं कुछ नहीं दसना, मेरे पापा मम्मी दे नाल कुछ गल नहीं करनी। ये आज़ादी नहीं हुंदी। अपने मन मर्जी दे नाल जो भी करने वो आज़ादी नहीं हुंदी। आज़ादी दे विच हमेशा तुहानूं कुछ जिम्मेवारियां भी हैगियां। फर्ज है तुहाडी जिम्मेवारियां नूं तुसीं चंगी तरह जानो अते उस दे मुताबिक चलो। उस दे लई सब तो पहले परिवार दे विच परिवारिक प्रार्थना मैं अज भी जोर लाउंदा हां, परिवारिक प्रार्थना हमेशा जारी रखो। जिथे प्रार्थना नहीं है उत्थे खुदा वसदा नहीं है। याद रखो, जिथे प्रार्थना नहीं है उत्थे खुदा वसदा नहीं है। खुदा नूं नहीं चाहिए वो जगह। प्रभु यीशु मसीह ने जन्म लैन तक एक जगह मिलिया, वो कित्थे मिलिया? एक चरनी दे विच, एक खुरली दे विच प्रभु यीशु मसीह ने जन्म लिया। उन्होंने फिर भी एक था मिल गया है। घट्टो घट इन्नी कि तो था तैयार करो तुहाडे दिल दे विच, तुहाडे परिवार दे विच। उस दे लई परिवारिक प्रार्थना जरूरी है। ते बाकी प्यारियों नौजवानों नूं मैं होर कोई ज़्यादा गल्लां समझाउण दी लोड़ नहीं। तुसीं जाणदे होए अपने चर्च दे विच भी जो भी तुहाडा हिस्सा है, पैसा दी गल नहीं करदा मैं, तुसीं तुहाडे हिस्सा दा मतलब तुहाडी जिम्मेवारियां नूं पूरा करन लई कोशिश करो। ये जरूरी नहीं कि फादरां तुहानूं धक्के नाल काम कराउणे या सिस्टरां ने तुहाडी अगवाई करनी है। नहीं, हुण तुसीं खुद आगू हो, तुहाडे विच एक आगू हैगे आ। तुसीं तुहाडे विच हर एक दे जिंदगी दे विच भी ਇਹ एक आगू हैगे आ। हुण आगू नूं जगाउण दा काम तुहाडी है। वो असीं कुछ ना कुछ रस्ता तुहानूं दिखाओगे, लेकिन उस तो वध कि उस आगू नूं जगाउण लई तुसीं खुद मेहनत करनी है प्यारी। सो नौजवानों के लिए अज मेरे एक छोटी जी संदेश भी यही है, प्रभु यीशु मसीह नूं अनुभव करो तुहाडे सब तो पहले तुहाडे परिवारिक प्रार्थना दे विच। ते उस तो बाद जदों परिवारिक प्रार्थना सही तरह चलती है तां तुसीं चर्च दे विच भी आण के साक्रमेंटां ग्रहण करोगे।
ਸਾਕਰਮੈਂਟ ਲੈਣ ਲਈ ਫਿਰ ਤੁਸੀਂ ਤਿਆਰ ਰਹੋਗੇ। ਜੇ ਤੱਕ ਪ੍ਰਾਰਥਨਾ ਨਹੀਂ ਹੁੰਦੀ, ਜੇ ਤੱਕ ਤੁਸੀਂ ਤਿਆਰ ਨਹੀਂ ਰਹਿੰਦੇ, ਤਾਂ ਤੁਸੀਂ ਸਾਕਰਮੈਂਟ ਨਹੀਂ ਲੈ ਸਕਦੇ। ਸੋ ਪਿਆਰਿਓ, ਬੱਚੇ, ਨੌਜਵਾਨ ਲੜਕੇ, ਮੇਰੇ ਪਿਆਰੇ ਦੋਸਤੋ, ਤੁਸੀਂ ਆਪਣੀ ਜ਼ਿੰਦਗੀ ਨੂੰ ਬਦਲ ਦਿਓ। ਜੇਕਰ ਕੋਈ ਗਲਤ ਰਸਤੇ ਦੇ ਵਿੱਚ ਹੈ ਤਾਂ ਤੁਸੀਂ ਤੁਹਾਡੀ ਜ਼ਿੰਦਗੀ ਨੂੰ ਬਦਲ ਦਿਓ ਤੇ ਇੱਕ ਨਵਾਂ ਇਨਸਾਨ ਬਣਨ ਲਈ ਆਪਣੇ ਜਵਾਨੀ ਨੂੰ ਸਹੀ ਢੰਗ ਨਾਲ ਇਸਤੇਮਾਲ ਕਰੋ। ਸਹੀ ਢੰਗ ਨਾਲ। ਮੈਂ ਦੇਖਦਾ ਇਹ ਨਹੀਂ ਕਿ ਸਾਰੇ ਇਸ ਤਰ੍ਹਾਂ ਹੀ ਆ, ਭਟਕ ਜਾਂਦੇ ਨੇ ਥੋੜੇ ਲੋਕ, ਲੇਕਿਨ ਚੰਗੇ ਲੋਕ ਵੀ ਹੈਗੇ ਆ, ਸਾਰੇ ਹੈਗੇ ਆ। ਲੇਕਿਨ ਸਮਾਜ ਦੇ ਵਿੱਚ ਜੋ ਗਲਤ ਅਤੇ ਜੋ ਸਹੀ ਹੈ ਉਸ ਨੂੰ ਪਹਿਚਾਨ ਲਈ ਤੁਹਾਨੂੰ ਖੁਦਾ ਨੇ ਅਕਲ ਦਿੱਤੀ ਹੈ, ਬੁੱਧੀ। ਉਸ ਬੁੱਧੀ ਨੂੰ ਚੰਗੀ ਤਰ੍ਹਾਂ ਇਸਤੇਮਾਲ ਕਰੋ। ਜੇਕਰ ਤੁਹਾਨੂੰ ਪਤਾ ਲੱਗਦਾ ਹੈ ਕਿ ਕੋਈ ਤੁਹਾਨੂੰ ਭਟਕਾ ਰਿਹਾ, ਉੱਥੇ ਸਟਾਪ ਕਰੋ, ਉੱਥੇ ਤੁਹਾਡੀ ਦੋਸਤੀ ਬੰਦ ਕਰ ਲੈਣੀ ਅਤੇ ਫਿਰ ਇੱਕ ਨਵੇਂ ਰਿਸ਼ਤਾ ਹੋਰ ਕਿਸੇ ਦੇ ਨਾਲ ਬਣਾਓ, ਦੋਸਤੀ ਬਣਾਓ, ਤਾਂ ਕਿ ਤੁਹਾਡੀ ਜ਼ਿੰਦਗੀ ਕਦੇ ਵੀ ਬਰਬਾਦ ਨਾ ਹੋਵੇ। ਸਗੋਂ ਤੁਹਾਡੇ ਪਰਿਵਾਰ ਦੇ ਵਿੱਚ ਵੀ, ਸਾਡੀ ਚਰਚ ਦੇ ਵਿੱਚ ਵੀ, ਸਾਡੀ ਕਲੀਸਿਆ ਦੇ ਵਿੱਚ ਵੀ, ਸਾਡੇ ਸਮਾਜ ਦੇ ਵਿੱਚ ਵੀ ਨੌਜਵਾਨਾਂ ਦੀ ਲੋੜ ਹੈ ਅਤੇ ਤੁਹਾਡੇ ਕੰਮਾਂ, ਤੁਹਾਡੀ ਸੇਵਾਵਾਂ ਬਹੁਤ ਹੀ ਜ਼ਰੂਰੀ ਹੈ ਅਤੇ ਤੁਹਾਡੀ ਸੇਵਾਵਾਂ ਦੇ ਰਾਹੀਂ ਅਸੀਂ ਵੀ ਇੱਕ ਵੱਡੀ ਮੰਜ਼ਿਲ ਤੱਕ ਪਹੁੰਚ ਸਕੀਏ। ਸੋ ਇਸ ਮਕਸਦ ਲਈ ਅੱਜ ਦਾ ਦਿਨ ਅਸੀਂ ਪ੍ਰਾਰਥਨਾ ਕਰਾਂਗੇ, ਪ੍ਰਭੂ ਯਿਸੂ ਮਸੀਹ ਸਾਰੇ ਨੌਜਵਾਨਾਂ ਨੂੰ ਅਣਗਿਣਤ ਆਸ਼ੀਸ਼ਾਂ ਦੇਵੇ। ਖੁਦਾ ਦੀ ਹਜ਼ੂਰੀ ਨੂੰ ਅਨੁਭਵ ਕਰਨ ਲਈ ਪ੍ਰਭੂ ਯਿਸੂ ਤੁਹਾਨੂੰ ਬਰਕਤਾਂ ਪ੍ਰਦਾਨ ਕਰੇ। ਖੁਦਾ ਸਾਰਿਆਂ ਨੂੰ ਬਰਕਤ ਦੇ। ਹੁਣ ਮੈਂ ਬੇਨਤੀ ਕਰਦਾ ਹਾਂ ਸਾਰੇ ਨੌਜਵਾਨਾਂ ਦੇ ਅੱਗੇ ਕਿਰਪਾ ਕਰਕੇ ਮੋਮਬੱਤੀ ਜਗਾਓ। प्यारे प्रांत भैनों, आओ अस सारे खड़े होके अपने ईमान ਨੂੰ ਪ੍ਰਗਟ ਕਰੀਏ। रसूलां दा कलमा मैं खुदा ते ईमान रखनी हां जेड़ा बापूरी कुदरत वाला आसमान ते ज़मीन दा पैदा करन वाला है। मैं यीशु मसीह ते ईमान रखनी हां जेड़ा उसदा इकलौता बेटा ते साडा खुदावंद है और बाप दी कुदरत नाल कुआरी मरियम दे गर्भ विच पिया ते उस तो जम्मिया। उसने 35 पिलातुस शहर विच उठाया, सलीब ते चढ़ाया गया, मर गया ते दबिया गया, बरजक ते जा उतरिया, तीसरे दिहाड़े मुर्दियां विचों जी उठिया, आसमान ते चढ़ गया, खुदा बाप पूरी कुदरत वाले दे सज्जे हाथ जा बैठा, जिथों जिउंदियां ते मुर्दियां दा इंसाफ करन लई फिर आवेगा। मैं ईमान रखदी हां रूपा कुते एक पाक कैथोलिक कलीसिया, पाक लोकां दी शराकत, गुनाहां दी माफी, जिस्म दा जी उठना ते हमेशा दी जिंदगी उते। आमीन। प्यारे प्रांत भैनों, आओ ਅਸੀਂ अपनी निजी ਜ਼ਰੂਰਤਾਂ ਨੂੰ ਸਾਡੇ ਪ੍ਰਭੂ ਯਿਸੂ ਮਸੀਹ ਦੇ ਪਵਿੱਤਰ ਹਜ਼ੂਰੀ ਦੇ ਵਿੱਚ ਸਮਰਪਿਤ ਕਰਦੇ ਹੋਏ ਆਖੀਏ, ये प्रभु साडी दुआ सुन। है प्रभु साडी दुआ सुन। ਐ ਪ੍ਰਭੂ, ਅਸੀਂ ਪ੍ਰਾਰਥਨਾ ਕਰਦੇ ਹਾਂ ਦੁਨੀਆ ਦੇ ਸਾਰੇ ਯੂਥ ਦੇ ਲਈ ਖੁਦਾ ਉਹਨਾਂ ਉੱਤੇ ਆਪਣਾ ਮਿਹਰ ਭਰਿਆ ਹੱਥ ਰੱਖਣ ਤੇ ਹਰ ਤਰ੍ਹਾਂ ਦੀਆਂ ਬੁਰੀਆਂ ਗੱਲਾਂ, ਨਸ਼ਿਆਂ ਤੇ ਲੜਾਈਆਂ ਤੋਂ ਬਚ ਕੇ ਰਹਿਣ। ਇਸ ਮਕਸਦ ਦੇ ਲਈ ਅਸੀਂ ਦੁਆ ਕਰੀਏ। ਅਨੁਵਚਨ। हे प्रभु साडी दुआ सुन। ਅਸੀਂ ਪ੍ਰਾਰਥਨਾ ਕਰਦੇ ਹਾਂ ਸਾਰੇ ਨੌਜਵਾਨਾਂ ਵਾਸਤੇ ਜਿਹੜੇ ਬੇਰੁਜ਼ਗਾਰ ਹਨ, ਤੁਸੀਂ ਉਹਨਾਂ ਤੇ ਮਿਹਰ ਕਰੋ ਤੇ ਉਹਨਾਂ ਚੰਗੀਆਂ ਨੌਕਰੀਆਂ ਲੱਭਣ ਵਿੱਚ ਮਦਦ ਕਰੋ। ਅਨੁਵਚਨ। हे प्रभु साडी दुआ सुन। ਐ ਪ੍ਰਭੂ, ਅਸੀਂ ਪ੍ਰਾਰਥਨਾ ਕਰਦੇ ਹਾਂ ਉਹਨਾਂ ਨੌਜਵਾਨਾਂ ਲਈ ਜਿਨ੍ਹਾਂ ਨੂੰ ਜ਼ਿੰਦਗੀ ਵਿੱਚ ਸਹੀ ਰਸਤਾ ਨਹੀਂ
ਰਿਹਾ ਉਹਨਾਂ ਨੂੰ ਸਹੀ ਰਸਤਾ ਲੱਭਣ ਵਿੱਚ ਮਦਦ ਕਰੋ। ਅਨੁਵਚਨ। हे प्रभु साडी दुआ सुन। ਐ ਪ੍ਰਭੂ ਅਸੀਂ ਪ੍ਰਾਰਥਨਾ ਕਰਦੇ ਹਾਂ ਉਹਨਾਂ ਨੌਜਵਾਨਾਂ ਵਾਸਤੇ ਜਿਹੜੇ ਕਿਸੇ ਗੱਲਾਂ ਕਰਕੇ ਡਿਪਰੈਸ਼ਨ ਦਾ ਸ਼ਿਕਾਰ ਹੋ ਗਏ ਹਨ ਅਤੇ ਆਤਮ ਹੱਤਿਆ ਦੀ ਕੋਸ਼ਿਸ਼ ਕਰਦੇ ਹਨ। ਤੁਸੀਂ ਉਹਨਾਂ ਦੇ ਲਈ ਦਿਲਾਂ ਵਿੱਚ ਸ਼ਾਂਤੀ ਪਾਓ ਅਤੇ ਜਿਉਣ ਦੀ ਇੱਛਾ ਨੂੰ ਵਧਾਓ। ਅਨੁਵਚਨ। हे प्रभु साडी दुआ सुन। ਐ ਪ੍ਰਭੂ ਅਸੀਂ ਪ੍ਰਾਰਥਨਾ ਕਰਦੇ ਹਾਂ ਉਹਨਾਂ ਨੌਜਵਾਨਾਂ ਦੇ ਲਈ ਜੋ ਤੇਰੀ ਸੇਵਾ ਦੇ ਲਈ ਚੁਣੇ ਜਾ ਚੁੱਕੇ ਹਨ। ਉਹਨਾਂ ਉੱਤੇ ਹਮੇਸ਼ਾ ਆਪਣੀ ਕਿਰਪਾ ਬਣਾਈ ਰੱਖਣਾ ਤਾਂ ਜੋ ਉਹ ਪੂਰੇ ਦਿਲ ਨਾਲ ਤੇਰੀ ਸੇਵਾ ਕਰ ਸਕਣ। ਅਨੁਵਚਨ। हे प्रभु साडी दुआ सुन। ਐ ਪ੍ਰਭੂ ਅਸੀਂ ਪ੍ਰਾਰਥਨਾ ਕਰਦੇ ਹਾਂ ਸਾਰੇ ਨੌਜਵਾਨਾਂ ਦੇ ਲਈ ਕਿ ਉਹਨਾਂ ਵਿੱਚ ਤੇਰੀ ਸੇਵਾ ਕਰਨ ਲਈ ਸ਼ੌਂਕ ਪੈਦਾ ਕਰਨ ਤਾਂ ਜੋ ਉਹ ਸਿਸਟਰ ਫਾਦਰ ਬਣਨ ਲਈ ਅੱਗੇ ਆ ਸਕਣ। ਅਨੁਵਚਨ। हे प्रभु साडी दुआ सुन। ਅਸੀਂ ਪ੍ਰਾਰਥਨਾ ਕਰਦੇ ਹਾਂ ਉਹਨਾਂ ਨੌਜਵਾਨਾਂ ਦੇ ਲਈ ਜੋ ਆਪਣੇ ਮਾਂ-ਬਾਪ ਦੀ ਇੱਜ਼ਤ ਨਹੀਂ ਕਰਦੇ ਅਤੇ ਆਪਣੀਆਂ ਪਰਿਵਾਰਿਕ ਅਤੇ ਆਤਮਿਕ ਜ਼ਿੰਮੇਵਾਰੀਆਂ ਨੂੰ ਠੀਕ ਢੰਗ ਨਾਲ ਨਹੀਂ ਨਿਭਾਉਂਦੇ। ਉਹਨਾਂ ਉੱਤੇ ਦਇਆ ਕਰ ਉਹ ਤੇਰੀ ਆਤਮਿਕ ਸ਼ਕਤੀ ਅਤੇ ਦਿਨਾਈ ਨਾਲ ਸਹੀ ਰਸਤੇ ਤੇ ਚੱਲ ਸਕਣ। ਅਨੁਵਚਨ। हे प्रभु साडी दुआ सुन। ਅਸੀਂ ਖਾਸ ਤੌਰ ਤੇ ਪ੍ਰਾਰਥਨਾ ਕਰਦੇ ਹਾਂ ਸਾਡੇ ਪੈਰਿਸ਼ ਦੇ ਸਾਰੇ ਨੌਜਵਾਨਾਂ ਦੇ ਲਈ ਕਿ ਉਹ ਤੇਰੀ ਸੇਵਾ ਪੂਰੇ ਦਿਲ ਦੇ ਨਾਲ ਨਿਭਾਉਣ ਅਤੇ ਸਾਡੇ ਚਰਚ ਦੀਆਂ ਜ਼ਿੰਮੇਵਾਰੀਆਂ ਨੂੰ ਲਗਨ ਅਤੇ ਦਿਲ ਖੁਸ਼ੀ ਨਾਲ ਪੂਰਾ ਕਰਨ। ਅਨੁਵਚਨ। हे प्रभु साडी दुआ सुन। ਆਓ ਅਸੀਂ ਸਾਰੀ ਆਪਣੀ ਨਿੱਜੀ ਜ਼ਰੂਰਤਾਂ ਨੂੰ ਜਿੰਨੇ ਵੀ ਜ਼ਰੂਰਤ ਇਸ ਸਮਾਂ ਸੇ ਪ੍ਰਭੂ ਦੇ ਸਾਹਮਣੇ ਪੇਸ਼ ਕੀਤੇ ਉਹਨਾਂ ਸਾਰਿਆਂ ਦੇ ਲਈ ਤੇ ਜਿੰਨੇ ਵੀ ਜ਼ਰੂਰਤਾਂ ਹੁਣ ਇਸ ਸਮਾਂ ਆਪਣੇ ਮਨਾਂ ਦੇ ਵਿੱਚ ਹਨ ਦਿਲਾਂ ਦੇ ਵਿੱਚ ਹਨ ਉਹਨਾਂ ਸਾਰਿਆਂ ਦੇ ਲਈ ਮਾਂ ਮਰੀ ਦੇ ਕੇ ਸਿਫਾਰਿਸ਼ ਮੰਗਦੇ ਹੋਏ ਆਈਏ ਅਸੀਂ ਸਾਰੇ ਮਿਲ ਕੇ ਆਖੀਏ ਸਲਾਮੇ ਮਰੀਮ ਫਜ਼ਲ ਨਾਲ ਭਰੀ ਹੋਈ ਖੁਦਾਵੰਦ ਤੇਰੇ ਨਾਲ ਹੈ ਤੂੰ ਔਰਤਾਂ ਵਿੱਚੋਂ ਧਨ ਹੈ ਨਾਲੇ ਧਨ ਹੈ ਤੇਰੇ ਪੇਟ ਦਾ ਫਲ ਯਿਸੂ। ਐ ਹਜ਼ਰਤ ਮਰੀਮ ਖੁਦਾ ਦੀ ਮਾਂ ਅਸਾਂ ਗੁਨਾਹਗਾਰਾਂ ਲਈ ਦੁਆ ਕਰ ਹੁਣ ਤੇ ਸਾਡੀ ਮੌਤ ਦੇ ਵੇਲੇ ਆਮੀਨ। ਅਸੀਂ ਇਹ ਦੁਆ ਮੰਗਦੇ ਹਾਂ ਆਪਣੇ ਪ੍ਰਭੂ ਯਿਸੂ ਮਸੀਹ ਦੇ ਰਾਖੇ ਆਮੀਨ।
रखते हैं चरणों में। धरा के ये फल ये दिए की थाली अर्पित करते तुझे। सुखी और दुख से जीवन भरा समर्पित मेरा मसीह। सुखी और दुख से जीवन भरा समर्पित मेरा मसीह। स्वीकार लो स्वीकार लो स्वीकार लो हमारे भेंट परम पिता। स्वीकार लो स्वीकार लो स्वीकार लो हमारे भेंट परम पिता। ਪਿਆਰੇ ਭਰਾਓ ਤੇ ਭੈਣੋ, ਪ੍ਰਾਰਥਨਾ ਕਰੋ ਕਿ ਮੇਰੀ ਅਤੇ ਤੁਹਾਡੀ ਇਹ ਕੁਰਬਾਨੀ ਪੂਰੀ ਕੁਦਰਤ ਵਾਲਾ ਖੁਦਾ ਬਾਪ ਨੂੰ ਕਬੂਲ ਹੋਵੇ। ਰੱਬ ਇਸ ਕੁਰਬਾਨੀ ਨੂੰ ਤੁਹਾਡੇ ਹੱਥਾਂ ਦੇ ਵਿੱਚੋਂ ਆਪਣੇ ਨਾਮ ਦੀ ਉਸਤਤ ਤੇ ਵਡਿਆਈ ਦੇ ਲਈ ਨਾਲੇ ਸਾਡੀ ਤੇ ਸਾਰੀ ਪਵਿੱਤਰ ਕਲੀਸਿਆ ਦੇ ਲਾਭ ਲਈ ਪ੍ਰਵਾਨ ਕਰੇ। ਇਹ ਪ੍ਰਭੂ ਇਹਨਾਂ ਨਜ਼ਰਾਨੀਆਂ ਨੂੰ ਖੁਸ਼ੀ ਨਾਲ ਕਬੂਲ ਕਰੇ ਜਿਨ੍ਹਾਂ ਨੇ ਤੂੰ ਆਪ ਆਪਣੀ ਕਲੀਸਿਆ ਦੇ ਹੱਥਾਂ ਵਿੱਚ ਫੜਾਇਆ ਹੈ। ਆਪਣੀ ਸ਼ਕਤੀ ਨਾਲ ਇਹਨਾਂ ਨੂੰ ਸਾਡੇ ਲਈ ਨਜਾਤ ਦੇ ਸਾਕਰਮੈਂਟ ਵਿੱਚ ਬਦਲ ਦੇ। ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਖੀ। ਪ੍ਰਭੂ ਤੁਹਾਡੇ ਨਾਲ ਹੋਵੇ। ਅਤੇ ਤੁਹਾਡੀ ਰੂਹ ਦੇ ਨਾਲ ਵੀ ਹੋਵੇ। ਤੁਸੀਂ ਆਪਣੇ ਦਿਲ ਪ੍ਰਭੂ ਵੱਲ ਲਗਾਵੋ। ਅਸੀਂ ਆਪਣਾ ਦਿਲ ਪ੍ਰਭੂ ਵੱਲ ਲਗਾਉਂਦੇ ਹਾਂ। ਅਸੀਂ ਆਪਣੇ ਪ੍ਰਭੂ ਖੁਦਾ ਦਾ ਧੰਨਵਾਦ ਕਰੀਏ। ਇਹ ਸਹੀ ਅਤੇ ਯੋਗ ਹੈ। ਇਹ ਪ੍ਰਭੂ ਪਵਿੱਤਰ ਪੂਰੀ ਕੁਦਰਤ ਵਾਲੇ ਅਤੇ ਅਕਾਲ ਖੁਦਾ, ਇਹ ਸੱਚਮੁੱਚ ਸਹੀ ਅਤੇ ਯੋਗ ਹੈ ਮੁਕਤੀ ਪਾਉਣ ਦੇ ਰਾਹੀ ਕਿ ਅਸੀਂ ਹਰ ਵੇਲੇ ਤੇ ਹਰ ਥਾਂ ਯਿਸੂ ਮਸੀਹ ਆਪਣੇ ਪ੍ਰਭੂ ਦੇ ਰਾਹੀ ਤੇਰਾ ਧੰਨਵਾਦ ਕਰੀਏ। ਸਾਡੇ ਲਈ ਤੇਰਾ ਪਿਆਰ ਇੰਨਾ ਮਹਾਨ ਸੀ ਕਿ ਤੂੰ ਆਪਣੇ ਬੇਟੇ ਸਾਡੇ ਪ੍ਰਭੂ ਯਿਸੂ ਮੁਕਤੀਦਾਤੇ ਵਜੋਂ ਦੇ ਦਿੱਤਾ। ਤੂੰ ਉਸ ਨੂੰ ਸਾਡੇ ਵਰਗਾ ਇੱਕ ਇਨਸਾਨ ਬਣਾ ਕੇ ਭੇਜਿਆ ਜੋ ਬੇਗੁਨਾਹ ਸੀ, ਇਸ ਲਈ ਕਿ ਤੂੰ ਸਾਡੇ ਵਿੱਚ ਉਹਨਾਂ ਖੂਬੀਆਂ ਨੂੰ ਵੇਖ ਕੇ ਸਾਨੂੰ ਪਿਆਰ ਕਰ ਸਕੇ ਜੋ ਤੂੰ ਮਸੀਹ ਵਿੱਚ ਵੇਖਦਾ ਹੈ। ਤੇਰੇ ਫਜ਼ਲਾਂ ਦੇ ਵਰਦਾਨ ਨੂੰ ਅਸੀਂ ਨਾਫਰਮਾਨੀ ਦੇ ਕਾਰਨ ਗਵਾ ਲਿਆ। ਉਹ ਹੁਣ ਤੇਰੇ ਬੇਟੇ ਦੀ ਆਗਿਆਕਾਰੀ ਦੇ ਕਾਰਨ ਮੁੜ ਬਹਾਲ ਹੋ ਗਏ ਹਨ। ਇਸ ਲਈ ਅਸੀਂ ਆਪਣੀ ਖੁਸ਼ੀ ਵਿੱਚ ਫਰਿਸ਼ਤਿਆਂ ਦੇ ਸੰਗੀਤ ਜਥਿਆਂ ਨਾਲ ਮਿਲ ਕੇ ਤੇਰੀ ਮਹਿਮਾ ਦੇ ਗੀਤ ਗਾਉਂਦੇ ਹੋਏ ਇਹ ਐਲਾਨ ਕਰਦੇ ਹਾਂ। पवने पवने प्रभु करे
महिमा तेरी प्रशंसा शाश्वत है अवनी अंबर। तेरी महिमा तेरी प्रशंसा शाश्वत है अवनी अंबर। तेरी जय जयकारों से गूंज सारे मौजूद। प्रभु पावन हे पावन, प्रभु पावन हे पावन। पावन पावन प्रभु परमेश्वर, सकल सृष्टि के जगदीश्वर। पावन पावन प्रभु परमेश्वर, सकल सृष्टि के जगदीश्वर। पावन 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 प्रभु तेरा नाम। पावन 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 प्रभु तेरा नाम। धन्य है वे जो आते हैं, नाम प्रभु का जो गाते हैं। धन्य है वे जो आते हैं, नाम प्रभु का जो गाते हैं। तेरी ही जय जयकारों से गूंज सारे मौजूद। प्रभु पावन हे पावन, प्रभु पावन हे पावन। पावन पावन प्रभु परमेश्वर, सकल सृष्टि के जगदीश्वर। पावन पावन प्रभु परमेश्वर, सकल सृष्टि के जगदीश्वर। पावन 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 प्रभु तेरा नाम। पावन 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 प्रभु तेरा नाम। ये प्रभु तू सचमुच पाखी ਅਤੇ ਸਭ ਪਵਿੱਤਰਤਾ ਦਾ ਸੋਮਾ ਹੈ। ਇਸ ਲਈ ਅਸੀਂ ਬੇਨਤੀ ਕਰਦੇ ਹਾਂ ਕਿ ਜਿਸ ਤਰ੍ਹਾਂ ਤਰੇਲ ਪੈਂਦੀ ਹੈ ਉਸੇ ਤਰ੍ਹਾਂ ਤੂੰ ਆਪਣੇ ਰੂਪਾਂ ਨੂੰ ਭੇਜ ਕੇ ਇਹਨਾਂ ਨਜ਼ਰਾਨੀਆਂ ਨੂੰ ਪਵਿੱਤਰ ਕਰ, ਤਾਂ ਜੋ ਇਹ ਸਾਡੇ ਲਈ ਸਾਡੇ ਪ੍ਰਭੂ ਯਿਸੂ ਮਸੀਹ ਦਾ ਬਦਨ ਅਤੇ ਲਹੂ ਬਣ ਜਾਵੇ। ਉਸਨੇ ਆਪਣੀ ਮਰਜ਼ੀ ਨਾਲ ਆਪਣੇ ਆਪ ਨੂੰ ਦੁੱਖ ਦਾ ਸਿੰਘ ਲਈ ਸੌਂਪਦੀ ਹੋਈ ਰੋਟੀ ਲਈ ਤੇਰਾ ਧੰਨਵਾਦ ਕਰਦੀਆਂ ਰੋਟੀ ਤੋੜੀ ਅਤੇ ਆਪਣੇ ਚੇਲਿਆਂ ਨੂੰ ਦਿੱਤੀ। ਇਹ ਕਹਿੰਦੇ ਹੋਏ, ਤੁਸੀਂ ਸਾਰੇ ਇਹ ਲਵੋ ਅਤੇ ਇਸ ਵਿੱਚੋਂ ਖਾਵੋ, ਕਿਉਂ ਜੋ ਇਹ ਮੇਰਾ ਬਦਨ ਹੈ ਜਿਹੜਾ ਤੁਹਾਡੇ ਲਈ ਕੁਰਬਾਨ ਕੀਤਾ ਜਾਵੇਗਾ। ਇਸੇ ਤਰ੍ਹਾਂ ਭੋਜਨ ਕਰਨ ਤੋਂ ਬਾਅਦ ਉਸਨੇ ਪਿਆਲਾ ਲਿਆ, ਇੱਕ ਵਾਰ ਫਿਰ ਧੰਨਵਾਦ ਕਰਦਿਆਂ ਪਿਆਲਾ ਆਪਣੇ ਚੇਲਿਆਂ ਨੂੰ ਦਿੱਤਾ। ਇਹ ਕਹਿੰਦੇ ਹੋਏ, ਤੁਸੀਂ ਸਾਰੇ ਲਵੋ ਅਤੇ ਇਸ ਵਿੱਚੋਂ ਪੀਓ, ਕਿਉਂ ਜੋ ਇਹ ਮੇਰੇ ਲਹੂ ਦਾ ਪਿਆਲਾ ਹੈ, ਨਵੇਂ ਅਤੇ ਸਦੀਵੀ ਨੇਮ ਦਾ ਲਹੂ, ਜੋ ਤੁਹਾਡੇ ਅਤੇ ਬਹੁਤਿਆਂ ਦੇ ਵਾਸਤੇ ਗੁਨਾਹ ਦੀ ਮਾਫੀ ਲਈ ਵਹਾਇਆ ਜਾਵੇਗਾ। ਮੇਰੀ ਯਾਦ ਵਿੱਚ ਇਹ ਕਰਿਆ ਕਰੋ।
ईमान दा भेद। ਪ੍ਰਭੂ ਯਿਸੂ ਮਸੀਹ ਦੀ ਮੌਤ ਅਤੇ ਉਸ ਦੇ ਜੀ ਉੱਠਣ ਦੀ ਯਾਦਗਾਰੀ ਨੂੰ ਮਨਾਉਂਦੇ ਹੋਏ ਤੈਨੂੰ ਜੀਵਨ ਦੀ ਰੋਟੀ ਅਤੇ ਮੁਕਤੀ ਦਾ ਪਿਆਲਾ ਚੜਾਉਂਦੇ ਹਾਂ। ਅਸੀਂ ਤੇਰਾ ਧੰਨਵਾਦ ਕਰਦੇ ਹਾਂ ਕਿਉਂਕਿ ਤੂੰ ਸਾਨੂੰ ਇਸ ਯੋਗ ਠਹਿਰਾਇਆ ਕਿ ਅਸੀਂ ਤੇਰੇ ਹਜ਼ੂਰ ਵਿੱਚ ਦਾਖਲ ਹੋ ਕੇ ਤੇਰੀ ਸੇਵਾ ਕਰੀਏ। ਅਸੀਂ ਹਲੇ ਵੀ ਨਾਲ ਦੁਆ ਕਰਦੇ ਹਾਂ ਕਿ ਮਸੀਹ ਦੇ ਬਦਨ ਅਤੇ ਲਹੂ ਵਿੱਚ ਹਿੱਸਾ ਲੈਣ ਦੁਆਰਾ ਅਸੀਂ ਰੂਹ ਪਾਕ ਦੇ ਰਾਹੀਂ ਏਕਤਾ ਵਿੱਚ ਬਚੇ ਰਹੀਏ। ਇਹ ਪ੍ਰਭੂ ਸਾਰੇ ਧਰਤੀ ਤੇ ਫੈਲੇ ਹੋਏ ਆਪਣੇ ਕਲੀਸਿਆਂ ਨੂੰ ਯਾਦ ਕਰਨ ਅਤੇ ਉਸ ਨੂੰ ਸਾਡੇ ਸੰਤ ਪਾਪਾ ਫਰਾਂਸਿਸ, ਸਾਡੇ ਬਿਸ਼ਪ ਫ੍ਰਾਂਕੋ, ਬਿਸ਼ਪ ਐਗਨਲੋ ਅਤੇ ਸਾਰੇ ਪੁਰੋਹਿਤਾਂ ਨਾਲ ਪਿਆਰ ਦੀ ਸੰਪੂਰਨਤਾ ਵਿੱਚ ਕਾਇਮ ਰੱਖ। ਸਾਡੇ ਭੈਣ ਭਰਾਵਾਂ ਨੂੰ ਵੀ ਯਾਦ ਕਰ ਜਿਹੜੇ ਜੀ ਉੱਠਣ ਦੀ ਉਮੀਦ ਨਾਲ ਸੋ ਗਏ ਹਨ ਅਤੇ ਉਹਨਾਂ ਸਾਰਿਆਂ ਨੂੰ ਵੀ ਜੋ ਤੇਰੇ ਰਹਿਮ ਵਿੱਚ ਮਰ ਗਏ ਹਨ, ਇਹਨਾਂ ਦਾ ਤੂੰ ਆਪਣੇ ਹਜ਼ੂਰ ਦੇ ਚਾਨਣ ਵਿੱਚ ਸਵਾਗਤ ਕਰ। ਇਹ ਪ੍ਰਭੂ ਬੇਨਤੀ ਕਰਦੇ ਹਾਂ ਕਿ ਸਾਡੀ ਸਾਰੀਅਤ ਦੇ ਆਕਰ ਤਾਂ ਜੋ ਧੰਨ ਕੁਆਰੀ ਮਰੀਮ ਖੁਦਾ ਦੀ ਮਾਂ ਦੇ ਨਾਲ ਉਸੇ ਕੁਵਾਰੀ ਦੀ ਮੁਬਾਰਕ ਵਰੀ ਸੰਧੀ ਉਸ ਦੇ ਨਾਲ ਧੰਨ ਰਸੂਲਾਂ ਨਾਲ ਸਾਰੀ ਸੰਤਾਂ ਨਾਲ ਜਿਨ੍ਹਾਂ ਨੇ ਸਾਰੀ ਉਦਾਂ ਵਿੱਚ ਤੈਨੂੰ ਖੁਸ਼ ਕੀਤਾ ਹੈ, ਅਸੀਂ ਸਦੀ ਵਿੱਚ ਜੀਵਨ ਦੇ ਵਾਰਿਸ ਹੋਣ ਦੇ ਹੱਕਦਾਰ ਬਣ ਜਾਵਾਂਗੇ ਅਤੇ ਤੇਰੇ ਬੇਟੇ ਯਿਸੂ ਮਸੀਹ ਦੇ ਰਾਹੀਂ ਤੇਰੀ ਵਡਿਆਈ ਅਤੇ ਉਸਤਤ ਕਰਾਂਗੇ। ਉਸ ਤੇ ਰਾਖੀ ਅਤੇ ਉਸ ਦੇ ਨਾਲ ਅਤੇ ਉਸ ਦੇ ਵਿੱਚ ਇਹ ਖੁਦਾ ਪੂਰੀ ਕੁਦਰਤ ਵਾਲੇ ਪ੍ਰਭਾ ਦੀ ਏਕਤਾ ਵਿੱਚ ਸਭ ਜਲਾਲ ਤੇ ਵਡਿਆਈ ਤੇਰੀ ਹੀ ਹੈ ਸਦਾ ਤੋਂ ਸਦਾ ਤੀਕਰ। ਸਾਰੇ ਮਿਲ ਕੇ ਪ੍ਰਾਰਥਨਾ ਕਰੀਏ ਜਿਸ ਤਰ੍ਹਾਂ ਸਾਡੇ ਮੁਕਤੀਦਾਤਾ ਪ੍ਰਭੂ ਯਿਸੂ ਮਸੀਹ ਨੇ ਸਾਨੂੰ ਸਿਖਾਇਆ ਹੈ।
माना दे वाली पिता है पाक नाम तेरा। इस धरती उते होवे सदा ऊंचा मुकाम तेरा। हे प्रभु ਅਸੀਂ ਪ੍ਰਾਰਥਨਾ ਕਰਦੇ ਹਾਂ ਸਭ ਬੁਰਾਈਆਂ ਤੋਂ ਸਾਨੂੰ ਬਚਾ, ਆਪਣੇ ਰਹਿਮ ਨਾਲ ਸਾਡੇ ਦਿਨਾਂ ਵਿੱਚ ਸ਼ਾਂਤੀ ਦੇ, ਤਾਂ ਜੋ ਤੇਰੇ ਦਇਆ ਦੀ ਮਦਦ ਨਾਲ ਅਸੀਂ ਹਮੇਸ਼ਾ ਗੁਨਾਹਾਂ ਤੋਂ ਮੁਕਤ ਰਹੀਏ ਅਤੇ ਹਰ ਮੁਸੀਬਤ ਤੋਂ ਸੁਰੱਖਿਅਤ ਰਹੀਏ। ਜਿਵੇਂ ਮੁਬਾਰਕ ਉਮੀਦ ਰੱਖਦੇ ਹੋਏ ਅਸੀਂ ਇਸ ਮਸੀਹ ਸਾਡੇ ਮੁਕਤੀਦਾਤਾ ਦੀ ਆਮਦ ਦੀ ਉਡੀਕ ਕਰਦੇ ਹਾਂ। तेरा है राज कुदरत भी प्रताप भी है तेरा। सदा तो है कि हुण तक भी हमेशा भी करेगा। ਇਹ ਪ੍ਰਭੂ ਯਿਸੂ ਮਸੀਹ ਤੂੰ ਆਪਣੇ ਰਸੂਲਾਂ ਨੂੰ ਆਖਿਆ, ਮੈਂ ਤੁਹਾਨੂੰ ਸ਼ਾਂਤੀ ਦਿੰਦਾ ਹਾਂ, ਆਪਣੀ ਸ਼ਾਂਤੀ ਮੈਂ ਤੁਹਾਨੂੰ ਪ੍ਰਦਾਨ ਕਰਦਾ ਹਾਂ। ਤੂੰ ਸਾਡੇ ਗੁਨਾਹਾਂ ਨੂੰ ਨਹੀਂ ਸਗੋਂ ਆਪਣੇ ਕਲੀਸਿਆ ਦੀ ਇਮਾਨ ਨੂੰ ਵੇਖ ਅਤੇ ਉਸ ਨੂੰ ਤੇਰੀ ਮਰਜ਼ੀ ਮੁਤਾਬਿਕ ਸ਼ਾਂਤੀ ਅਤੇ ਏਕਤਾ ਪ੍ਰਦਾਨ ਕਰ। ਤੂੰ ਜੋ ਜਿਉਂਦਾ ਤੇ ਰਾਜ ਕਰਦਾ ਹੈ ਸਦਾ ਤੋਂ ਸਦਾ ਤੀਕਰ। ਪ੍ਰਭੂ ਦੀ ਸ਼ਾਂਤੀ ਸਦਾ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਦੇ ਨਾਲ ਵੀ ਹੋਵੇ। ਆइए ਅਸੀਂ ਆਪੋ ਵਿੱਚ ਸ਼ਾਂਤੀ ਦਾ ਸਲਾਮ ਦੇਈਏ। ਪ੍ਰਭੂ ਦੀ ਸ਼ਾਂਤੀ। खुदा ने तू दुनिया दे गुनाह चुक ले जांदा है। अज साडे ते दया करो, साडे ते दया करो। तेरे खुदा दे तू दुनिया दे गुनाह चुक ले जांदा है। ਅੱਜ ਸਾਡੇ ਤੇ ਦਇਆ ਕਰੋ, ਸਾਡੇ ਤੇ ਦਇਆ ਕਰੋ। ले खुदा दे तू दुनिया दे गुनाह चुक ले जांदा है। ਅੱਜ ਸਾਨੂੰ ਸ਼ਾਂਤੀ ਪ੍ਰਦਾਨ ਕਰੋ, ਸਾਨੂੰ ਸ਼ਾਂਤੀ ਪ੍ਰਦਾਨ ਕਰੋ, ਸਾਨੂੰ ਸ਼ਾਂਤੀ ਪ੍ਰਦਾਨ ਕਰੋ। ਵੇਖੋ ਖੁਦਾ ਦਲੇਲਾ, ਇਹਨੂੰ ਵੇਖੋ ਜਿਹੜਾ ਸੰਸਾਰ ਦੇ ਗੁਨਾਹ ਚੁੱਕ ਲੈਂਦਾ ਹੈ। ਧੰਨ ਹਨ ਉਹ ਜਿਹੜੇ ਲੇਲੇ ਦੇ ਭੋਜਨ ਲਈ ਸੱਦੇ ਗਏ ਹਨ। मेरे रब्बा मैं इस योग्य नहीं हाँ कि तू मेरी छत पर ले आवे, पर एक ही शब्द आ तां मेरी रूह चंगी हो जाएगी। ਪ੍ਰਭੂ ਯਿਸੂ ਮਸੀਹ ਦਾ ਪਵਿੱਤਰ ਬਦਨ ਅਤੇ ਲਹੂ ਸਾਨੂੰ ਅਨੰਤ ਜੀਵਨ ਲਈ ਸੰਭਾਲ ਰੱਖੇ। आमीन। दुआ पाक ਤੋਂ ਪਹਿਲਾਂ ਆਨ ਮੁਬਾਰਕ ਮਰੀਮ तेरा प्यारा बेटा रोटी दे रूप में साडे दिलां विच आउण वाला है, साडे लई दुआ कर ताकि असीं भी तेरे वांग उस नूं मन्नीए अते प्यार करिए। ऐ संत यूसुफ जिस तरह तू मसीह नूं पालिया उसे तरह सानू भी उसकी सेवा करनी सिखा। आमीन।
तेरा रूप बसे मेरी रग रग में, मेरी नस नस में, जाने बदन में। तेरे लिए बदन मेरा, मेरे लिए श्रृंगार है। यीशु मसीह तू जान मेरी, तू ही तो दिल का करार है। शाम सवेरे हूँ बढ़ती मीठी मुलाकातें। बढ़ती जाए मोहब्बत, दिन हो या हो रातें। बस मुझ में, बस मुझ में। तेरा रूप से मेरी रग रग में, मेरी नस नस में, जाने बदन में। तेरे लिए बदन मेरा, मेरे लिए श्रृंगार है। यीशु मसीह तू जान मेरी, तू ही तो दिल का करार है। तेरे लहू से लूं मैं, तेरा ही नाम जपूं मैं। रूह कुदस की मदद से तेरी छवि पे ढलूं मैं। दिख मुझ में, दिख मुझ में। तेरा रूह दिखे मेरी रग रग में, मेरी नस नस में, जाने बदन में। तेरे लिए बदन मेरा, तेरे लिए श्रृंगार है। यीशु मसीह तू जान मेरी, तू ही तो दिल का करार है। तू ही तो दिल का करार है। तू ही तो दिल का करार है। ਅਸੀਂ ਪ੍ਰਾਰਥਨਾ ਕਰੀਏ। ये प्रभु अस तेरे लोकां ये साक्रमेंट ਵਿੱਚ ਹਿੱਸਾ ਲਿਆ ਹੈ। ਇਹ ਪਾਕ ਸ਼ਰਾਕਤ ਸਾਨੂੰ ਬਚਾਵੇ ਅਤੇ ਤੇਰੀ ਸੱਚਾਈ ਦੇ ਚਾਨਣ ਵਿੱਚ ਸਾਨੂੰ ਕਾਇਮ ਰੱਖੇ। ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਖੀ। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਦੇ ਨਾਲ ਵੀ ਹੋਵੇ। ਪੂਰੀ ਕੁਦਰਤ ਵਾਲਾ ਖੁਦਾ ਬਾਪ बेटा ते रूपा ਤੁਹਾਨੂੰ ਸਾਰਿਆਂ ਨੂੰ ਬਰਕਤ ਦੇਵੇ। ਪਵਿੱਤਰ ਕੁਰਬਾਨੀ ਚੜਾਈ ਗਈ शांति ਨਾਲ ਜਾਵੋ। खुदा दा शुक्र होवे। दुआ याद करें। ऐ नहायत मेहरबान कुआरी मरियम, ये कदे नहीं सुनिया गया कि कोई तेरे नाम रखदियां तेरी मदद चाहुंदियां तेरी सिफारिश मंगदियां ते तो खाली ना होवे। ऐ कुआरी कुआरियां दी अते मेरी मां, मैं तसल्ली नाल तेरे को नस्सी आउंदी हां। तेरे अगे खलो के मैं गुनाही रोंदी हां। ऐ बेकारी हुई कलाम दी मां, मेरे अर्जां को कीर ना जानी, सबो मेहरबानी नाल सुनी अते कबूल करी। आमीन। पवित्र कुआरी मरियम शांति दी रानी साडे ਲਈ दुआ कर। बुलाहटां ਲਈ प्रार्थना।
ਇਹ ਪ੍ਰਭੂ ਰੂਹਾਂ ਦੇ ਇਆਲੀ ਕੈਥਲਿਕ ਕਲੀਸਿਆ ਲਈ ਅਸੀਂ ਤੇਰੀ ਵਡਿਆਈ ਅਤੇ ਧੰਨਵਾਦ ਕਰਦੇ ਹਾਂ। ਅਸੀਂ ਖਾਸ ਕਰਕੇ ਕੈਥਲਿਕ ਨੌਜਵਾਨ ਲੜਕੇ ਅਤੇ ਲੜਕੀਆਂ ਨੂੰ ਤੇਰੇ ਹੱਥਾਂ ਵਿੱਚ ਸੌਂਪਦੇ ਹਾਂ। ਇਹਨਾਂ ਵਿੱਚ ਜੋਸ਼ੀਲੇ ਫਾਦਰ ਅਤੇ ਸਿਸਟਰਾਂ ਬਣਨ ਲਈ ਸ਼ੌਕ ਪੈਦਾ ਕਰ। ਸਾਰੇ ਮਾਪਿਆਂ ਨੂੰ ਬਰਕਤ ਦੇ ਤਾਂ ਕਿ ਉਹ ਆਪਣੇ ਪ੍ਰਾਰਥਨਾਮਈ ਜੀਵਨ ਨਾਲ ਬੱਚਿਆਂ ਲਈ ਨੇਕ ਨਮੂਨਾ ਬਣ ਜਾਣ। ਬਖਸ਼ ਦੇ ਕਿ ਸਾਰੇ ਨੌਜਵਾਨ ਤੇਰੀ ਆਗਿਆ ਮੁਤਾਬਿਕ ਕੌਮਾਂ ਵਿੱਚ ਤੇਰੀ ਦਿਆਲਤਾ ਦਾ ਐਲਾਨ ਕਰ ਸਕਣ। ਅਸੀਂ ਇਹ ਮੰਗਦੇ ਹਾਂ ਤੇਰੇ ਸ਼ਕਤੀਸ਼ਾਲੀ ਨਾਮ ਵਿੱਚ, ਆਮੀਨ। ਸੋ ਸਾਰਿਆਂ ਨੇ ਇੱਕ ਵਾਰੀ ਹੈਪੀ ਨੈਸ਼ਨਲ ਯੂਥ ਸੰਡੇ ਦਾ ਸਾਰਿਆਂ ਨੂੰ ਬਰਕਤ ਦੇ। पुत्र है यीशु और तभी जो तने तू और तभी जो तने तू और तभी जो तने तू सलाम है रानी सलाम